प्रोग्राम स्ट्रेट टॉक ਦਾ ਅੱਜ ਇਸ ਬੇहद ਖਾਸ ਐਪੀਸੋਡ ਵਿੱਚ ਸਵਾਗਤ ਹੈ ਦਰਸ਼ਕਾਂ ਦਾ। ਅੱਜ ਇਸ ਪ੍ਰੋਗਰਾਮ ਤੇ ਇਸ ਮੰਚ ਤੋਂ ਸਾਡੀ ਗੱਲਬਾਤ ਹੋਣ ਜਾ ਰਹੀ ਹੈ ਦੇਸ਼ ਵਿੱਚ ਗਰੀਬੀ ਦਾ ਪੈਮਾਨਾ ਅੰਕਣ ਦੇ ਉਹਨਾਂ ਮਾਪਦੰਡਾਂ ਬਾਰੇ ਜਿਨ੍ਹਾਂ ਨੂੰ ਲੈ ਕੇ ਡਿਬੇਟ ਤੇ ਚਰਚਾ ਪੂਰੇ ਦੇਸ਼ ਵਿੱਚ ਇਸ ਵਕਤ ਸਿਖਰਾਂ ਤੇ ਪਹੁੰਚੀ ਹੋਈ ਹੈਗੀ। ਇਸ ਵਕਤ ਪਲੈਨਿੰਗ ਕਮਿਸ਼ਨ ਦੇਸ਼ ਦਾ ਕੌਮੀ ਯੋਜਨਾ ਆਯੋਗ ਸੁਪਰੀਮ ਕੋਰਟ ਦੇ ਸਾਹਮਣੇ ਇਹ ਤੱਥ ਰੱਖ ਰਿਹਾ ਹੈਗਾ ਕਿ ਮੁਲਕ ਦੇ ਵਿੱਚ 32 ਰੁਪਏ ਸ਼ਹਿਰਾਂ ਦੇ ਵਿੱਚ ਤੇ 26 ਰੁਪਏ ਪੇਂਡੂ ਇਲਾਕਿਆਂ ਦੇ ਵਿੱਚ ਜੇ ਇਸ ਤੋਂ ਘੱਟ ਖਰਚਣ ਦੀ क्षमता ਕਿਸੇ ਆਦਮੀ ਦੀ ਹੈ ਤਾਂ ਉਹ ਗਰੀਬ ਹੈ ਤੇ ਜੇ ਇਸ ਤੋਂ 1 ਰੁਪਿਆ ਵੀ ਉੱਤੇ ਜ਼ਿਆਦਾ ਖਰਚ ਸਕਦਾ ਹੈਗਾ ਉਸ ਹਾਲਾਤ ਦੇ ਵਿੱਚੋਂ ਗਰੀਬੀ ਦੇ ਦਾਇਰੇ ਚੋਂ ਬਾਹਰ ਨਿਕਲਦਾ ਹੈਗਾ। ਬਹੁਤ ਵੱਡੀ ਡਿਬੇਟ ਨੂੰ ਜਨਮ ਦਿੱਤਾ ਹੈਗਾ ਲੇਕਿਨ ਇਸ ਪੂਰੀ ਡਿਬੇਟ ਦੇ ਪਿੱਛੇ ਦੀ ਇੱਕ ਲੰਬੀ ਚੌੜੀ ਕਹਾਣੀ ਹੈ ਜੋ ਕਿ ਸਾਡੀ ਪਲੈਨਿੰਗ ਸਾਡੇ ਇਕਨੋਮਿਕ ਪਲੈਨਿੰਗ ਤੇ ਸਾਡੇ ਇਕਨੋਮਿਸਟਾਂ ਦੀ ਸੋਚ ਦੇ ਨਾਲ ਜੁੜੀ ਹੋਈ ਹੈ। ਆਖਿਰ ਗਰੀਬੀ ਨੂੰ ਅੰਕਣ ਦਾ ਪੈਮਾਨਾ ਕੀ ਹੋਣਾ ਚਾਹੀਦਾ ਤੇ ਮਾਪਦੰਡ ਕਿਵੇਂ ਬਦਲਦੇ ਹੈਗੇ ਨੇ। ਵੱਖ-ਵੱਖ ਕਮੇਟੀਆਂ ਵੱਖ-ਵੱਖ ਅਦਾਰੇ ਕਿਸ ਤਰੀਕੇ ਨਾਲ ਵੱਖ-ਵੱਖ ਸਮੇਂ ਦੇ ਉੱਤੇ ਇਹਨਾਂ ਮਾਪਦੰਡਾਂ ਨੂੰ ਰਿਵਾਈਜ਼ ਕਰਦੇ ਹੈਗੇ ਨੇ। ਇਹਦੀ ਕੋਖ ਕਰਨਾ ਇਹਦੀ ਸਮਝ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਅੱਜ ਦੀ ਸਾਡੀ ਗੱਲਬਾਤ ਇਸ ਮੰਚ ਤੋਂ ਇੱਕ ਐਸੇ ਖਾਸ ਮਹਿਮਾਨ ਨਾਲ ਹੋਣ ਜਾ ਰਹੀ ਹੈ ਜੋ ਕਿ ਇਹਨਾਂ ਅੰਕੜਿਆਂ ਦੀ ਸੱਚਾਈ ਨੂੰ ਬਹੁਤ ਗਹਿਰਾਈ ਦੇ ਨਾਲ ਸਮਝਦੇ ਹੈਗੇ ਨੇ। ਸਾਡੇ ਨਾਲ ਪ੍ਰੋਫੈਸਰ ਦੇਵਿੰਦਰ ਸ਼ਰਮਾ ਜੀ ਮੌਜੂਦ ਹੈਗੇ ਨੇ, ਇੰਟਰਨੈਸ਼ਨਲ ਰਿਪਿਊਟ ਦੇ ਟ੍ਰੇਡ ਐਂਡ ਫੂਡ ਪਾਲਿਸੀ ਐਨਾਲਿਸਟ। ਪਹਿਲਾਂ ਵੀ ਮੰਚ ਤੋਂ ਆ ਚੁੱਕੇ ਨੇ। ਬਹੁਤ ਬਹੁਤ ਸਵਾਗਤ ਹੈ ਪ੍ਰੋਫੈਸਰ ਸ਼ਰਮਾ ਸਾਡੇ ਨਾਲ। ਇਹ ਹੈਰਾਨ ਕਰਦੇ ਹੈਗੇ ਨੇ ਤੁਹਾਡੇ ਵਰਗੇ ਐਨਾਲਿਸਟ ਨੂੰ ਕਿਉਂਕਿ ਇਕਨੋਮਿਕਸ ਦੇ ਜਿਹੜੇ ਇੰਟ੍ਰਿਕੇਸਿਸ ਹੈਗੀਆਂ ਨੇ ਉਹਨਾਂ ਨੂੰ ਬਹੁਤ ਘੱਟ ਲੋਕ ਸਮਝਦੇ ਹੈਗੇ ਨੇ ਲੇਕਿਨ ਅੱਜ ਤੱਕ ਸ਼ਾਇਦ ਆਮ ਆਦਮੀ ਵੀ ਸੋਚਣ ਲਈ ਮਜਬੂਰ ਹੈ ਵੀ ਸਾਡੇ ਅਰਥ ਸ਼ਾਸਤਰੀ ਜਿਸ ਤਰੀਕੇ ਦੇ ਹਾਸੋਹੀਣੇ ਜੇ ਤੱਥ ਸਾਹਮਣੇ ਲੈ ਕੇ ਆ ਰਹੇ ਨੇ ਉਹਨਾਂ ਨੂੰ ਕਿੰਨਾ ਕੁ ਅਸੀਂ ਬਿਲੀਵ ਕਰੀਏ ਤੇ ਕਿੰਨਾ ਕੁ ਨਾ ਕਰੀਏ। ਬਿਲਕੁਲ ਠੀਕ ਹੈ। ਬਲਕਿ ਸੁਪਰੀਮ ਕੋਰਟ ਦੇ ਅਸੀਂ ਸਭ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਉਸ ਡਿਬੇਟ ਨੂੰ ਫੋਕਸ ਵਿੱਚ ਲੈ ਕੇ ਆਏ ਹੈ ਕਿ ਜਿਹੜੀ ਅੱਜ ਤੱਕ ਦੇਸ਼ ਵਿੱਚ ਕਦੀ ਹੋਈ ਨਹੀਂ। ਕਹਿਣ ਦਾ ਮਤਲਬ ਹੈ ਕਿ ਮਾਰਚ ਦੇ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਪਹਿਲੀ ਵਾਰੀ ਇੱਕ ਜਜਮੈਂਟ ਕੀਤੀ ਜਾਂ ਆਪਣਾ ਡਿਲੀਵਰ ਕੀਤਾ ਜੋ ਵੀ ਵਰਡਿਕਟ ਸੀਗਾ ਕਿ ਵੀ ਹਾਊ ਆਰ ਯੂ ਅਸੈਸਿੰਗ, ਤੁਸੀਂ ਕਿਸ ਤਰ੍ਹਾਂ ਕਰਦੇ ਹੋ ਕਿ 19 ਰੁਪਏ ਜਿਹੜਾ ਸ਼ਹਿਰ ਵਿੱਚ ਔਰ ਪਿੰਡਾਂ ਵਿੱਚ 12 ਰੁਪਏ ਕਮਾਉਣ ਵਾਲਾ ਉਹ ਗਰੀਬੀ ਰੇਖਾ ਥੱਲੇ ਹੈ, ਉਹਦੇ ਉੱਪਰ ਜਿਹੜਾ ਵੀ ਕਮਾਏਗਾ ਉਹ ਗਰੀਬੀ ਰੇਖਾ ਤੋਂ ਬਾਹਰ ਹੈ। ਇਸੀ ਉਹਦੇ ਉੱਪਰ ਸਰਕਾਰ ਨੇ ਆਪਣਾ ਜਿਹੜਾ ਪਲੈਨਿੰਗ ਕਮਿਸ਼ਨ ਉਹਨਾਂ ਨੂੰ ਹਦਾਇਤ ਦਿੱਤੀ, ਪਲੈਨਿੰਗ ਕਮਿਸ਼ਨ ਨੇ ਆਪਣੇ ਆંકੜੇ ਪੇਸ਼ ਕੀਤੇ, ਇਹਦੇ ਉੱਪਰ ਅੱਜ ਡਿਬੇਟ ਹੋ ਰਹੀ ਹੈ। ਤੁਸੀਂ ਇਹ ਦੇਖੋ ਜਿਸ ਟਾਈਮ 19 ਰੁਪਏ ਦੀ ਗੱਲ ਹੋ ਰਹੀ ਸੀਗੀ ਉਸ ਟਾਈਮ ਤੱਕ ਚਰਚਾ 'ਚ ਨਹੀਂ ਸੀਗਾ ਸਾਡੇ ਦੇਸ਼ ਵਿੱਚ ਕਿ ਸਾਡੇ ਜਿਹੜੀ ਗਰੀਬੀ ਦੀ ਰੇਖਾ ਹੈਗੀ ਹੈ ਪਿਛਲੇ 50 ਸਾਲ ਤੋਂ ਉਹ ਡੈਲੀਬਰੇਟਲੀ ਇੰਨੀ ਘੱਟ ਰੱਖੀ ਗਈ ਸੀ, ਇੰਨੀ ਸਟ੍ਰਿੰਜੈਂਟ ਰੱਖੀ ਗਈ ਸੀਗੀ ਕਿ ਸਾਨੂੰ ਗਰੀਬੀ ਦਿਖਾਈ ਨਾ ਦੇ। ਔਰ ਇਹ 50 ਸਾਲ ਤੋਂ ਹੁੰਦਾ ਆ ਰਿਹਾ। ਇਹ 'ਚ ਬੜੇ ਡਿਸਟਿੰਗੁਇਸ਼ ਇਕੋਨਮਿਸਟ ਨੇ ਉਹਦਾ ਰੋਲ ਬਣਾਇਆ, ਉਹਦਾ ਜਿਹੜਾ ਮਾਪਦੰਡ ਬਣਾਇਆ। ਤਾਂ ਇੱਕ ਪ੍ਰੋਫੈਸਰ ਡਾਂਡੇਕਰ, ਪ੍ਰੋਫੈਸਰ ਰੱਠ, ਲਖੜਾਵਾਲਾ, ਤੇਂਦੁਲਕਰ, ਤੁਸੀਂ ਵਾਈਕੇ ਅਲੱਗ, ਤੁਸੀਂ ਨਾਂ ਲਓ ਡਿਸਟਿੰਗੁਇਸ਼ ਐਲੂਮਨਾਈ ਜਿਹੜੇ ਹੈਗੇ ਇੱਕ ਇਕੋਨਮਿਸਟ ਫੀਲਡ ਦੇ ਉਹ ਸਾਰੇ ਨਾਲ ਜੁੜੇ ਰਹੇ ਕਿਸ ਤਰੀਕੇ ਨਾਲ। ਔਰ ਉਹਨਾਂ ਨੇ ਡੈਲੀਬਰੇਟਲੀ ਇੰਨਾ ਘੱਟ ਆਪਣਾ ਬਣਾ ਕੇ ਇਸ ਮਤਲਬ ਜਿਹਨੂੰ ਕਹਿੰਦੇ ਨਾ ਕੰਜੂਸੀ ਨਾਲ ਐਸੀ ਇੱਕ ਪਾਵਰਟੀ ਨੇ ਬਣਾਈ ਹੈ ਜਿਵੇਂ ਸਾਨੂੰ ਦੇਸ਼ ਨੂੰ ਸ਼ਰਮ ਆਉਣੀ ਚਾਹੀਦੀ ਸੀਗੀ। ਲੇਕਿਨ 50 ਸਾਲ ਵਿੱਚ ਇੱਕ ਵੀ ਇਕੋਨਮਿਸਟ ਨੇ ਕਦੀ ਖੜੇ ਹੋ ਕੇ ਨਹੀਂ ਬੋਲਿਆ ਜੋ ਸੁਪਰੀਮ ਕੋਰਟ ਨੇ ਬੋਲਿਆ ਕਿ ਇਹ ਤੁਸੀਂ ਕਿਸ ਤਰ੍ਹਾਂ ਲਾਈਨ ਬਣਾਈ ਹੈ, ਇਹ ਕਿਸ ਤਰ੍ਹਾਂ ਇੱਕ ਆਦਮੀ ਦਾ ਗੁਜ਼ਾਰਾ 19 ਰੁਪਏ ਵਿੱਚ ਹੋ ਸਕਦਾ। ਇਹ ਵੀ ਸਮਝਣਾ ਪੈਣਾ ਵੀ ਗਰੀਬੀ ਰੇਖਾ ਦਾ ਮਤਲਬ ਕੀ ਹੈ। ਇਹ ਜੇ 32 ਰੁਪਏ ਗਰੀਬੀ ਰੇਖਾ ਹੈਗੀ ਹੈ ਤਾਂ ਉਹ ਤੋਂ ਉਤਲੇ ਲੋਕ ਕੌਣ ਨੇ ਤੇ ਉਹ ਤੋਂ ਥੱਲੜੇ ਲੋਕ ਕੌਣ ਨੇ, ਉਹਦਾ ਕੀ ਡਾਇਰੈਕਟ ਲਿੰਕੇਜ ਭੁੱਖਮਰੀ ਨਾਲ ਹੈ। ਇੱਕ ਤੁਹਾਨੂੰ ਮੈਂ ਛੋਟੀ ਜਿਹੀ ਸਟੋਰੀ ਦੱਸਾਂਗਾ। ਇੱਕ ਆਦਮੀ ਕੂਏ ਵਿੱਚ ਗਿਰ ਗਿਆ, ਉਹ ਖੂਹ 'ਚ ਗਿਰ ਗਿਆ। ਜਦ ਖੂਹ 'ਚ ਗਿਰ ਗਿਆ ਤਾਂ ਲੋਕੀ ਇਕੱਠੇ ਹੋ ਗਏ। ਉਹਨਾਂ ਨੇ ਦੇਖਿਆ ਕਿ ਖੂਹ 100 ਫੁੱਟ ਗਹਿਰਾ ਸੀਗਾ। ਲੋਕਾਂ ਨੇ ਆਪਣੀ ਰੱਸੀ ਲਿਆਉਣ ਦੀ ਗੱਲ ਕੀਤੀ, ਰੱਸੀ ਲਿਆਓ। ਇੰਨੇ 'ਚ ਇੱਕ ਇਕੋਨਮਿਸਟ ਆ ਗਿਆ। ਉਹਨੇ ਕਿਹਾ ਨਹੀਂ ਤੁਸੀਂ ਠਹਿਰ ਜਾਓ, ਮੈਂ ਦੱਸਦਾ ਕਿੰਨੀ ਰੱਸੀ ਚਾਹੀਦੀ ਹੈ। ਉਹਨੇ ਅਸੈਸਮੈਂਟ ਕੀਤਾ ਕਿ 50 ਫੁੱਟ ਦਾ ਆਦਮੀ ਦੀ એનર્ਜੀ ਲੈਵਲ ਦੇਖ ਕੇ ਉਹਨੇ ਕਿਹਾ ਕਿ 50 ਫੁੱਟ ਤਾਂ ਇਹ ਦੀਵਾਰ ਤੇ ਚੜ੍ਹ ਜਾਏਗਾ। ਉਹਦੇ ਬਾਅਦ 50 ਫੁੱਟ ਦੀ ਰੱਸੀ ਖਿੱਚ ਕੇ ਰੱਸੀ ਜੰਪ ਕਰਕੇ ਪਕੜ ਲਏਗਾ ਔਰ ਰੱਸੀ ਉਹਨੂੰ 50 ਫੁੱਟ ਦੀ ਖਿੱਚ ਲਏਗੀ। ਉਹਨੇ ਕਿਹਾ ਤੁਸੀਂ 50 ਫੁੱਟ ਦੀ ਰੱਸੀ ਲੈ ਕੇ ਆਓ। ਉਹ 50 ਫੁੱਟ ਦੀ ਰੱਸੀ ਲੈ ਕੇ ਆਏ। ਹੋਇਆ ਇਹ ਕਿ ਆਦਮੀ ਵੀ ਡੁੱਬ ਗਿਆ ਔਰ ਰੱਸੀ ਵੀ ਕਿਸੇ ਕੰਮ ਨਹੀਂ ਆਈ। ਮਤਲਬ ਕਹਿੰਦਾ ਇਹ ਹੈ ਕਿ ਇਕੋਨਮਿਸਟ ਨੇ ਇਸ ਤਰੀਕੇ ਨਾਲ ਸਾਡਾ ਇੱਕ ਪਾਵਰਟੀ ਦੀ ਰੇਸ਼ੋ ਬਣਾਤੀ ਹੈ ਕਿ ਪਾਵਰਟੀ ਹਟ ਨਹੀਂ ਸਕਦੀ ਉਹਦੇ ਨਾਲ। ਜਦ ਤੁਸੀਂ ਡੈਲੀਬਰੇਟਲੀ ਪਾਵਰਟੀ ਥੱਲੇ ਰੱਖੋਗੇ ਜਿੰਨੇ ਵੀ ਤੁਹਾਡੇ ਪ੍ਰੋਗਰਾਮ ਹੋਣਗੇ ਵੈਲਫੇਅਰ ਪ੍ਰੋਗਰਾਮ ਉਹ ਸਾਰੇ ਨਿਕੰਮੇ ਹੋ ਜਾਣਗੇ। ਇਹੀ ਇੱਕ ਪ੍ਰੋਬਲਮ ਹੋਇਆ ਕਿ ਸਾਡੇ ਦੇਸ਼ ਵਿੱਚ ਗਰੀਬੀ ਘਟੀ ਨਹੀਂ ਹੈ, ਗਰੀਬੀ ਵੱਧਦੀ ਗਈ ਹੈ, ਚਾਹੇ ਗਲੋਬਲਾਈਜੇਸ਼ਨ ਹੋਏ ਜਾਂ ਗਲੋਬਲਾਈਜੇਸ਼ਨ ਪਹਿਲੇ ਹੋਏ। ਕਿਉਂ? ਇਹਦਾ ਮਤਲਬ ਸਾਰਾ ਇਹ ਹੁੰਦਾ ਹੈ ਕਿ ਜੇ ਪਾਵਰਟੀ ਲਾਈਨ ਡਿਫਾਈਨ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਉਸ ਕੈਟੇਗਰੀ ਨੂੰ ਸਰਕਾਰ ਜਿਹੜੀ ਹੈ ਸਪੈਸ਼ਲ ਫੋਕਸ ਕਰੇਗੀ, ਸਪੈਸ਼ਲ ਅਟੈਂਸ਼ਨ ਦੇਗੀ, ਸਪੈਸ਼ਲ ਸਬਸਿਡੀਜ਼ ਦੇਗੀ ਤਾਂ ਕਿ ਉਸ ਦਾਇਰੇ ਨੂੰ ਉਸ ਕਲਾਸ ਨੂੰ ਚੱਕਿਆ ਜਾ ਸਕੇ। ਲੇਕਿਨ ਜਦ ਤੁਸੀਂ ਕੈਟੇਗਰੀ ਨੂੰ ਖੂਹ ਵਾਲਾ ਹਿਸਾਬ ਕਰਤਾ ਕਿ ਕੂਏ ਵਿੱਚ ਗਿਰ ਗਿਆ ਬੰਦਾ, ਤੁਸੀਂ ਉਹਨੂੰ ਇੰਨੀ ਇਨਵੈਸਟਮੈਂਟ ਕੀਤੀ ਉਹ ਤਾਂ ਪਹੁੰਚੇਗੀ ਨਹੀਂ ਤਾਂ ਉਹਨਾਂ ਦਾ ਇਨਵੈਸਟਮੈਂਟ ਵੀ ਬੇਕਾਰ ਗਈ ਔਰ ਜਿਹੜਾ ਗਰੀਬ ਹੈ ਉਹ ਵੀ ਵਿਚਾਰੇ ਆਪਣੇ ਮਰੇ ਜਾਂ ਜੀਏ ਕਿਸ ਨੂੰ ਪਤਾ ਨਹੀਂ ਹੈ। ਮਤਲਬ ਕਹਿੰਦਾ ਹੈ ਕਿ ਇਸ ਤਰੀਕੇ ਨਾਲ ਅਗਰ ਤੁਸੀਂ ਆਪਣੀ ਪਾਲਿਸੀਜ਼ ਬਣਾਓਗੇ ਫਿਰ ਤੁਸੀਂ ਕਹੋਗੇ ਅਸੀਂ ਗਰੀਬੀ ਹਟਾ ਰਹੇ ਹਾਂ। ਇਹ ਬਹੁਤ ਬੜਾ ਸਵਾਲ ਸੀਗਾ ਦੇਸ਼ ਦੇ। ਮੁਲਕ ਦੇ ਵਿੱਚ ਇਸ ਵਕਤ ਕਿਹਾ ਜਾ ਰਿਹਾ ਵੀ 37.2% ਲੋਕ ਗੁਰਬਤ ਦਾ ਸ਼ਿਕਾਰ ਨੇ, ਦੱਸਿਆ ਸੀ ਗਰੀਬੀ ਰੇਖਾ ਤੋਂ ਥੱਲੇ ਹੈਗੇ ਨੇ। ਤੁਹਾਡੇ ਹਿਸਾਬ ਨਾਲ ਜਿਹੜਾ ਤੇਂਦੁਲਕਰ ਕਮੇਟੀ ਦੀ ਰਿਪੋਰਟ ਉੱਤੇ ਆਧਾਰਿਤ ਇਹ ਅੰਕੜਾ ਹੈਗਾ ਜਾਂ ਇਹ ਪਰਸੈਂਟੇਜ ਹੈਗੀ ਹੈ, ਇਹ ਕਿਹੜੇ ਲੋਕਾਂ ਦੀ ਗੱਲ ਹੋ ਰਹੀ ਹੈ? 37% ਕੌਣ ਲੋਕ ਹੈਗੇ ਨੇ? ਇਹ
ਐਕਸਟ੍ਰੀਮ ਐਂਡ ਤੇ ਹੈਗੇ ਪਾਵਰਟੀ ਦੇ? ਦੇਖੋ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਐਕਸਟ੍ਰੀਮ ਐਂਡ ਤੇ ਹੈਗੇ ਕਿ ਜਿਹੜਾ ਬੰਦਾ ਅੱਜ ਦੀ ਪ੍ਰਾਈਸਿਸ ਵਿੱਚ ਅਗਰ ਤੁਸੀਂ 32 ਰੁਪਏ ਗਿਣਦੇ ਹੋ ਔਰ ਅਗਰ ਇੱਕ ਸਾਲ ਪਹਿਲੇ ਦੀ 2004 2005 ਦੀ ਪ੍ਰਾਈਸਿਸ ਵਿੱਚ 19 ਰੁਪਏ ਗਿਣਦੇ ਹੋ, 19 ਰੁਪਏ 'ਚ ਤਾਂ ਮੇਰਾ ਤਾਂ ਮੰਨਣਾ ਹੈ ਕਿ ਤੁਸੀਂ ਕੁੱਤਾ ਵੀ ਨਹੀਂ ਆਪਣਾ ਪਾਲ ਸਕਦੇ ਜੇ ਤੁਹਾਡੇ ਕੋਲ ਕੁੱਤਾ ਹੈ। ਤਾਂ ਜੇ ਤੁਸੀਂ ਜਾਨਵਰ ਨਹੀਂ ਪਾਲ ਸਕਦੇ ਔਰ ਤੁਸੀਂ ਉਹ 'ਚ ਇਨਸਾਨ ਨੂੰ ਪਾਲਣ ਦੀ ਗੱਲ ਕਰ ਰਹੇ ਹੋ, ਇਹ ਮਤਲਬ ਹੈ ਕਿ ਉਹ ਡੈਸਟੀਟਿਊਟ ਜਾਂ ਬਿਲਕੁਲ ਸਟਾਰਵੇਸ਼ਨ ਦੇ ਲੈਵਲ ਤੇ ਉਹ ਆਦਮੀ ਜੀ ਰਿਹਾ ਹੈਗਾ। ਔਰ ਇਹੀ ਸਾਡੀ ਗਲਤੀ ਹੋਈ ਹੈ ਕਿ ਅਸੀਂ ਉਹਨੂੰ ਜਿਹੜੀ ਸਟਾਰਵੇਸ਼ਨ ਲਾਈਨ ਹੈ ਉਹਨੂੰ ਅਸੀਂ ਪਾਵਰਟੀ ਲਾਈਨ ਦਾ ਰੂਪ ਦਿੱਤਾ ਹੈ ਔਰ ਇਹ ਬਹੁਤ ਬੜੀ ਗਲਤੀ ਹੋਈ ਹੈ। ਲੇਕਿਨ ਇਹ ਤੋਂ ਸਮਝਣ ਦੀ ਗੱਲ ਇਹ ਹੈ ਕਿ ਕਿੰਨੀ ਸਾਰੀ ਲਾਈਨਾਂ ਬਣੀਆਂ। ਤੁਸੀਂ ਅਗਰ ਪਿਛਲੇ 4 5 6 ਸਾਲ 'ਚ ਦੇਖੋ ਤਾਂ ਇੰਨੇ ਸਾਰੇ ਐਨਾਲਿਸਿਸ, ਇੰਨੀ ਸਾਰੀ ਲਾਈਨਾਂ ਬਣ ਗਈਆਂ ਪਾਵਰਟੀ ਲਾਈਨਾਂ ਕਿ ਬੰਦਾ ਕਨਫਿਊਜ਼ ਹੋ ਜਾਂਦਾ ਕਿ ਵੀ ਕਿਹੜੀ ਲਾਈਨ ਨੂੰ ਮੰਨ ਕੇ ਚੱਲਾਂ ਮੈਂ। 24% ਤੋਂ ਲੈ ਕੇ 25% ਤੋਂ ਲੈ ਕੇ 27% ਜਿਹੜਾ ਤੰਦੂਰਕਰ ਕਮੇਟੀ ਰਿਪੋਰਟ ਆਈ ਹੈ ਉਹ ਤੋਂ ਪਹਿਲੇ ਜਿਹੜੀ ਸਾਡੀ ਐਨਾਲਿਸਿਸ ਸੀਗੀ ਉਹ ਸਰਕਾਰ ਦੀ ਪਲੈਨਿੰਗ ਕਮਿਸ਼ਨ ਦੀ ਉਹ ਕਹਿੰਦੀ ਸੀ 27.5%। ਦਾ ਮਤਲਬ ਕਿ ਅਸੀਂ ਅੰਕੜੇ ਦੇ ਨਾਲ ਅੰਕੜੇ ਨਾਲ ਜਗਲਰੀ ਖੇਡ ਕਰ ਰਹੇ ਰਹੇ ਜੀ, ਇਟਸ ਕੰਪਲੀਟਲੀ ਜਗਲਰੀ। ਤੁਸੀਂ ਮੈਨੂੰ ਦੱਸੋ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ ਕਿ ਇੱਕ ਬੰਦੇ ਦੀ ਰਿਕੁਆਇਰਮੈਂਟ ਜਿਹੜੀ ਮੈਲ ਨਿਊਟ੍ਰੀਸ਼ਨ ਵਾਸਤੇ, ਕੁਪੋਸ਼ਣ ਦਾ ਜਿਹੜਾ ਅਸੀਂ ਅੱਜ ਦੇਖਣਾ ਬਹੁਤ ਬੜਾ ਸਾਡਾ ਪਾਵਰਟੀ, ਸਾਡੀ ਕੰਟਰੀ ਜਿਹੜੀ ਹੈਗੀ ਹੈ ਗਲੋਬਲੀ ਸਭ ਤੋਂ ਜ਼ਿਆਦਾ ਪੂਅਰ ਹਿੰਦੁਸਤਾਨ 'ਚ ਹੈਗੇ, ਸਭ ਤੋਂ ਜ਼ਿਆਦਾ ਮੈਲ ਨਰਿਸ਼ਡ ਜਾਂ ਕੁਪੋਸ਼ਣ ਜਿਹੜੇ ਲੋਕੀ ਅਫੈਕਟਡ ਹੈਗੇ ਉਹ ਵੀ ਸਾਡੇ ਹਿੰਦੁਸਤਾਨ 'ਚ ਹੈਗੇ। 1 ਰੁਪਏ ਤੁਸੀਂ ਦਾਲ ਸੋਚਦੇ ਹੋ ਕਿ ਰੋਜ਼ਾਨਾ ਖਾਏਗਾ ਤਾਂ ਉਹ ਪਾਵਰਟੀ ਤੋਂ ਬਾਹਰ ਹੋ ਜਾਏਗਾ। ਕਿਸ ਤਰ੍ਹਾਂ ਮੈਨੂੰ ਸਮਝ ਨਹੀਂ ਆਉਂਦਾ ਕਿਹੜੇ ਇਕਨੋਮਿਸਟ ਹੈ ਜਿਨ੍ਹਾਂ ਦੀ ਕਿੱਥੇ ਗਈ ਕਾਮਨ ਸੈਂਸ ਉਹਨਾਂ ਦੀ ਕਿ 1 ਰੁਪਏ ਦੀ ਦਾਲ, ਜੇ 1 ਰੁਪਏ ਦੀ ਦਾਲ ਕਦੀ ਮਿਲ ਸਕਦੀ ਤੁਹਾਨੂੰ ਕਿਤੋਂ, ਤੁਸੀਂ 4 ਦਾਣੇ ਵੀ ਉੱਚ ਨਹੀਂ ਆਣਗੇ, ਤੁਸੀਂ ਉਹਨੂੰ ਸੋਚਦੇ ਕਿ ਉਹਦੇ ਨਾਲ ਕੁਪੋਸ਼ਣ ਉਹਦਾ ਖਤਮ ਹੋ ਜਾਏਗਾ। ਔਰ ਇਹੀ ਕਾਰਨ ਦੇਖੋ ਹਰਿਆਣਾ ਦਾ ਹਾਲ ਦੇਖੋ, ਹਰਿਆਣਾ ਅਦਰਵਾਈਜ਼ ਵੈਲ ਡਿਵੈਲਪਡ ਸਟੇਟ ਹੈ ਲੇਕਿਨ ਤੁਹਾਨੂੰ ਹੈਰਾਨਗੀ ਹੋਏਗੀ ਕਿ ਐਨੀਮਿਕ ਲੈਵਲ ਦੇਖੋ ਅਗਰ ਉਹਨਾਂ ਪ੍ਰੈਗਨੈਂਟ ਵੀਮਨ ਦਾ ਤਾਂ ਨੰਬਰ 2 ਹੈ ਕੰਟਰੀ 'ਚੋਂ ਹਰਿਆਣਾ। ਹਾਂਜੀ, ਇਹ ਮਤਲਬ ਕੀ ਹੋਇਆ ਸਾਫ਼ ਕਿ ਪਾਵਰਟੀ ਇਜ਼ ਅ ਮਲਟੀ ਡਾਇਮੈਂਸ਼ਨਲ ਆਸਪੈਕਟ, ਉਹਨੂੰ ਦੇਖਣਾ ਪਏਗਾ ਤੁਹਾਨੂੰ ਹਰ ਐਂਗਲ ਤੋਂ ਐਂਡ ਦੈਨ ਯੂ ਵਿਲ ਅਸੈਸ ਕਿ ਕਿਸ ਵਾਸਤੇ। ਉਹ ਨਹੀਂ ਹੋਇਆ ਸਾਡੇ ਦੇਸ਼ ਵਿੱਚ। ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਵੀ ਕੀ ਇਸ ਦਾ ਮਤਲਬ ਹੈ ਜਿਹੜੀ ਸਾਡੀਆਂ ਪਾਵਰਟੀ ਲਾਈਨਸ ਜਿਸ ਨੂੰ ਆਪਾਂ ਬਿਲੋ ਪਾਵਰਟੀ ਲਾਈਨ ਕਹਿੰਦੇ ਆ ਉਹ ਇੱਕ ਫਿਕਸ਼ਨਲ ਜੀਆਂ ਲਾਈਨਸ ਹੈਗੀਆਂ ਨੇ, ਰਿਐਲਿਟੀ ਤੋਂ ਬਹੁਤ ਦੂਰ ਹੈਗੇ ਨੇ, ਲੇਕਿਨ ਉਹਨਾਂ ਦਾ ਪਰਪਸ ਕੀ ਇੱਕ ਸਟੈਟਿਸਟੀਕਲ ਰਿਕੁਆਇਰਮੈਂਟ ਪੂਰੀ ਕਰਨਾ ਹੈ ਸਰਕਾਰ ਦੀਆਂ ਪੀਪਲ ਫ੍ਰੈਂਡਲੀ ਸਕੀਮਾਂ ਨੂੰ ਲਾਗੂ ਕਰਨ ਦੇ ਪਰ। ਸੋ ਆਈ ਥਿੰਕ ਇਟਸ ਮੇਅਰਲੀ ਸਟੈਟਿਸਟੀਕਲ। ਬਿਲਕੁਲ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਕਿ ਫਿਕਟੀਸ਼ੀਅਸ ਲਾਈਨ। ਮੈਂ ਥੋੜਾ ਜਿਹਾ ਅੱਗੇ ਜਾਵਾਂਗਾ ਕਿ ਐਕਚੁਅਲੀ ਇਟਸ ਅ ਬੋਗਸ ਲਾਈਨ। ਇਹ ਕਿਉਂਕਿ ਡੈਲੀਬਰੇਟਲੀ ਬਣਾਈ ਗਈ ਹੈ ਤਾਂ ਕਿ ਇੱਕ ਸੋਸ਼ਲ ਫੇਸ ਜਿਹੜਾ ਸਰਕਾਰ ਦਾ ਹੈ ਉਹ ਨਜ਼ਰ ਆਉਂਦਾ ਰਹੇ, ਲੇਕਿਨ ਰਿਐਲਿਟੀ ਵਿੱਚ ਉਹਨੂੰ ਤੁਸੀਂ ਬੈਨੀਫਿਟ ਕਰਦੇ ਹੋ ਪਾਵਰਟੀ ਜਾਂ ਪੂਅਰ ਪੀਪਲ ਨੂੰ, ਉਹ ਕਿਸੇ ਨੇ ਅੱਜ ਤੱਕ ਨਹੀਂ ਅਸੈਸਮੈਂਟ ਕੀਤੀ ਹੈ। ਕਿਸੇ ਵੀ ਪੈਮਾਨੇ ਤੋਂ ਉਹਨੂੰ ਜਸਟੀਫਾਈ ਕੀਤਾ ਜਾ ਸਕਦਾ ਜੇ ਸਰਕਾਰ ਕਹੇ ਵੀ ਅਸੀਂ ਕੁਝ ਖੈਰਾਤਾਂ ਵੰਡਣੀਆਂ ਨੇ, ਅਸੀਂ ਕੁਝ ਸਬਸਿਡੀਜ਼ ਵੰਡਣੀਆਂ ਨੇ, ਬਹੁਤ ਗਰੀਬ ਜਾਂ ਬਹੁਤ ਪਛੜੇ ਹੋਏ ਤਬਕੇ ਨੂੰ ਅਸੀਂ ਬੈਨੀਫਿਟ ਦੇਣਾ ਤੇ ਉਹਦੇ ਲਈ ਅਸੀਂ ਇੱਕ ਲਾਈਨ ਡਰਾ ਕੀਤੀ ਤੇ ਉਹ ਲਾਈਨ ਨੂੰ ਅਸੀਂ BPL ਕਹਿੰਦੇ। ਸੋ ਕੈਨ ਯੂ ਜਸਟੀਫਾਈ? ਨਹੀਂ, ਪਰ ਕੌਣ ਕਹਿੰਦਾ ਤੁਸੀਂ ਨਾ ਕਰੋ? ਤੁਸੀਂ ਆਪਣੀ BPL ਲਾਈਨ ਬਣਾਓ। BPL ਦੇ ਵਿੱਚ ਇੱਕ ਐਕਸਟ੍ਰੀਮ ਲਾਈਨ ਹੋਰ ਬਣੀ ਹੋਈ ਹੈ, ਅੰਤਿਓਦਿਆ ਇੱਕ ਹੋਰ ਲਾਈਨ ਹੈ। ਅੰਤਿਓਦਿਆ ਉਹ ਬੰਦੇ ਹੈਗੇ ਜਿਨ੍ਹਾਂ ਦੇ ਬਿਲਕੁਲ ਡੈਸਟੀਟਿਊਟਸ ਹੈਗੇ, ਉਹਨਾਂ ਕੋਲ ਕੁਝ ਨਹੀਂ ਹੈਗਾ, ਉਹ ਲਾਈਨ ਨੂੰ ਅਸੀਂ ਹੋਰ ਬੈਨੀਫਿਟ ਦਿੰਦੇ ਹਾਂ। ਜੇ ਤੁਸੀਂ ਆਮ ਆਦਮੀ ਨੂੰ ਗੇਹੂੰ ਔਰ ਚਾਵਲ ਜਿਹੜਾ ਦੇ ਰਹੇ ਹੋ 3 ਰੁਪਏ ਜਾਂ 4 ਰੁਪਏ ਦੇ ਰਹੇ ਹੋ, ਉਹਨਾਂ ਨੂੰ 1 ਰੁਪਏ ਦਾ ਦਿੰਦੇ ਹੋ, 1 ਰੁਪਏ 2 ਰੁਪਏ ਦਿੰਦੇ ਹੋ। ਇਹ ਮਤਲਬ ਉਹ ਹੋਰ ਵੀ ਐਕਸਟ੍ਰੀਮ ਹੈ ਹਾਲੇ। ਮੇਰਾ ਕਹਿਣ ਦਾ ਮਤਲਬ ਹੈ ਕਿ ਉਹ ਕਿਸੇ ਨੂੰ ਤੁਹਾਨੂੰ ਰੋਕਿਆ ਨਹੀਂ ਸੀਗਾ, ਲੇਕਿਨ ਵਾਈ ਕਾਂਟ ਵੀ ਬੀ ਓਨੈਸਟ ਵਿਦ ਆਰ ਪਾਵਰਟੀ? ਸਾਨੂੰ ਛੁਪਾਉਣ ਦੀ ਕੀ ਜ਼ਰੂਰਤ ਪਈ ਹੈ? ਐਜ਼ ਅ ਨੇਸ਼ਨ ਲੈਟਸ ਛੁਪਾਈ ਜਾ ਰਹੀ ਹੈ, ਫੀਲ ਕੀ ਛੁਪਾਈ ਜਾ ਰਹੀ ਹੈ ਜਾਂ ਪੈਸਾ ਬਚਾਉਣ ਦੀ ਗੱਲ ਹੈ ਵੀ ਸਰਕਾਰ ਨੂੰ ਵੈਲਫੇਅਰ ਸਕੀਮਾਂ ਦੇ ਵਿੱਚ ਜਿਹੜੀ ਫੰਡਿੰਗ ਉਹਨਾਂ ਨੇ ਰੱਖੀ ਹੋਈ ਹੈ ਉਹ ਕਿਉਂਕਿ ਉਹਨਾਂ ਕੋਲ ਇੱਕ ਸੀਮਿਤ ਫੰਡਿੰਗ ਹੈਗੀ ਹੈ, ਉਹਨਾਂ ਨੇ ਦੇਣੀ ਹੈਗੀ ਹੈ, ਤਾਂ ਉਹਨਾਂ ਨੇ ਗਰੀਬੀ ਦਾ ਦਾਇਰਾ ਚਕੋੜਤਾ ਜਾਂ ਗਰੀਬੀ ਦਾ ਜਿਹੜਾ ਆਕਾਰ ਸੀਗਾ ਉਸ ਨੂੰ ਥੋੜਾ ਘੱਟ ਕਰਕੇ ਦੁਨੀਆ ਨੂੰ ਦਿਖਾ ਰਿਹਾ ਤਾਂ ਕਿ ਉਹ ਸਭ ਚੀਜ਼ਾਂ ਲਈ ਉਹ ਗ੍ਰਾਂਟ ਜਸਟੀਫਾਈ ਹੋਣ। ਦੇਖੋ ਇੱਕ ਤਾਂ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਤੁਸੀਂ ਡੈਲੀਬਰੇਟਲੀ ਥੱਲੇ ਰੱਖੋਗੇ ਤਾਂ ਤੁਹਾਡੇ ਜਿਹੜੇ ਉਹਦੇ ਸਾਰਾ ਐਲੋਕੇਸ਼ਨ ਹੈ, ਬਜਟ ਪ੍ਰੋਵੀਜ਼ਨ ਜੋ ਤੁਸੀਂ ਕਰਦੇ ਹੋ ਉਹ ਤੁਸੀਂ ਥੱਲੇ ਰੱਖੋਗੇ ਔਰ ਬਾਕੀ ਜਗ੍ਹਾ ਤੁਸੀਂ ਪੈਸਾ ਖਰਚ ਕਰ ਪਾਓਗੇ। ਲੇਕਿਨ ਮੇਰਾ ਮੰਨਣਾ ਹੈ ਕਿ ਉਹ ਵੀ ਗਲਤ ਤਰੀਕਾ ਸੀਗਾ। ਅਸਲੀ ਕਿਉਂ ਕੀਤਾ ਗਿਆ ਇਹ ਸਾਰਾ ਜਿਹੜਾ ਹੈਗਾ ਉਹ ਇਸ ਕਰਕੇ ਕੀਤਾ ਗਿਆ ਕਿ ਦੇਖੋ ਹਰ ਪੋਲੀਟੀਕਲ ਪਾਰਟੀ ਇੱਕ ਦਿਖਾਣਾ ਚਾਹੁੰਦੀ ਹੈ ਆਪਣਾ ਚਿਹਰਾ ਕਿ ਸਾਡੇ ਟਾਈਮ ਤੇ ਬਹੁਤ ਗਰੋਥ ਹੋਈ ਹੈ। ਹਰੇਕ ਸਰਕਾਰ ਚਾਹੁੰਦੀ ਹੈ ਕਿ ਉਹਦੀ ਪਾਵਰਟੀ ਨਾ ਨਜ਼ਰ ਆਏ ਔਰ ਇਸ ਕਰਕੇ ਹਰ ਸਰਕਾਰ ਨੇ 50 ਸਾਲ ਤੋਂ ਹਰ ਸਰਕਾਰ ਨੇ ਜਾਣਦੇ ਹੋਏ ਜਾਂ ਨਾ ਜਾਣਦੇ ਹੋਏ, ਮੈਂ ਕਹਿ ਨਹੀਂ ਸਕਦਾ, ਇਸ ਚੀਜ਼ ਦੀ ਗੱਲ ਨਹੀਂ ਉਠਾਈ। ਕਿਉਂ? ਹਰੇਕ ਨੂੰ ਸੂਟ ਕਰਦਾ ਸੀਗਾ। ਇਹ ਉਹੀ ਗੱਲ ਹੈ ਕਿ ਦੂਰਦਰਸ਼ਨ ਨੂੰ ਸਾਰੇ ਕਹਿੰਦੇ ਆ ਜੋ ਆਪੋਜੀਸ਼ਨ ਹੁੰਦੇ ਆ ਕਿ ਵੀ ਦੂਰਦਰਸ਼ਨ ਨੂੰ ਪ੍ਰਾਈਵੇਟਾਈਜ਼ ਕਰੋ ਜਾਂ ਆਟੋਨਮਸ ਕਰੋ, ਲੇਕਿਨ ਜਦ ਸਰਕਾਰ ਚਾਹੁੰਦੇ ਆ ਕੋਈ ਨਹੀਂ ਕਰਨਾ ਚਾਹੁੰਦਾ। ਮਤਲਬ ਇਹੀ ਗੱਲ ਸੀਗੀ ਕਿ ਪਾਵਰਟੀ ਨੂੰ ਕਿਸ ਨੇ ਅੱਜ ਤੱਕ ਹਿਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਹਰ ਨੂੰ ਸੂਟ ਕਰਦਾ ਸੀ। ਸ਼ਾਈਨਿੰਗ ਇੰਡੀਆ ਹੋਏ, ਇਨਕ੍ਰੈਡੀਬਲ ਇੰਡੀਆ ਹੋਏ, ਹਰ ਇੱਕ ਪਾਰਟੀ ਨੂੰ ਸੂਟ ਕੀਤਾ। ਗੱਲ ਇਹ ਹੈ ਕਿ ਉਹਨੂੰ ਤੁਸੀਂ ਕਦ ਤੱਕ ਦੇਖੋ, ਕਬੂਤਰ ਔਰ ਬਿੱਲੀ ਦੀ ਗੱਲ ਹੈ। ਕਬੂਤਰ ਅੱਖਾਂ ਬੰਦ ਕਰ ਲਏਗਾ ਤਾਂ ਬਿੱਲੀ ਚਲੀ ਨਹੀਂ ਜਾਏਗੀ। ਇਹ ਸਾਨੂੰ ਜੇ ਅਸੀਂ ਅੱਖਾਂ ਬੰਦ ਕਰ ਲਵਾਂਗੇ ਗਰੀਬੀ ਨਹੀਂ ਹੈ, ਗਰੀਬੀ ਨਹੀਂ ਮਿਟ ਸਕਦੀ ਹੈ। ਗਰੀਬੀ ਨੂੰ ਮਿਟਾਉਣ ਵਾਸਤੇ ਸਾਨੂੰ ਪਹਿਲੇ ਓਨੈਸਟਲੀ ਐਕਸੈਪਟ ਕਰਨਾ ਪਏਗਾ ਕਿਸ ਲੈਵਲ ਦੇ ਗਰੀਬ ਹੈਗੇ, ਕਿਸ ਮਲਟੀ ਡਾਇਮੈਂਸ਼ਨਲ ਲੈਵਲ ਤੇ ਸਾਡੀ ਪਾਵਰਟੀ ਹੈਗੀ ਹੈ। ਦੈਨ ਵੀ ਫੋਲੋ ਦੀ ਰਾਈਟ ਅਪਰੋਚਿਸ ਟੂ ਐਰੈਡੀਕੇਟ ਦੈਟ। ਮੈਨੂੰ ਯਾਦ ਹੈ ਮਹਿਬੂਬੁਲ ਹਕ ਸਾਹਿਬ ਪਾਕਿਸਤਾਨ ਦੇ ਫਾਈਨਾਂਸ ਮਿਨਿਸਟਰ ਹੁੰਦੇ ਸੀਗੇ। ਉਹਨਾਂ ਦੇ ਟਾਈਮ ਤੇ ਉਹਨਾਂ ਦੀ GDP ਮੈਂ 20-25 ਸਾਲ ਪਹਿਲੇ ਦੀ ਗੱਲ ਕਰ ਰਿਹਾ 7% ਦੇ ਰੇਟ ਤੇ ਗਰੋ ਕੀਤੀ ਸੀਗੀ, ਲੇਕਿਨ ਜਦ ਇਲੈਕਸ਼ਨ ਆਏ ਤਾਂ ਪਾਰਟੀ ਡਿਸਅਪੀਅਰ ਹੋ ਗਈ। ਮਹਿਬੂਬ ਹਕ ਸਾਹਿਬ ਜਿਹੜੇ ਦੁਨੀਆ ਦੇ ਇੱਕ ਅੱਛੇ ਇਕਨੋਮਿਸਟ ਮੰਨੇ ਜਾਂਦੇ, ਹਿਊਮਨ ਡਿਵੈਲਪਮੈਂਟ ਰਿਪੋਰਟ ਦੇ ਪਹਿਲੇ ਆਥਰ ਸੀਗੇ, ਉਹਨਾਂ
ਉਹਨਾਂ ਨੇ ਗੱਲ ਕਹੀ ਸੀ ਮੈਨੂੰ, ਉਹਨਾਂ ਨੇ ਕਿਹਾ ਸੀਗਾ ਕਿ ਆਈ ਗੋਟ ਅ ਰੂਟ ਸ਼ੌਕ ਆਫ ਮਾਈ ਲਾਈਫ ਕਿ GDP ਇਜ਼ ਨਾਟ ਦੀ ਟੱਚਸਟੋਨ ਟੂ ਡਿਵੈਲਪਮੈਂਟ। GDP ਨਾਲ ਗਰੀਬੀ ਨਹੀਂ ਹਟਦੀ ਹੈ, ਭੁੱਖ ਨਹੀਂ ਹਟਦੀ ਹੈ। ਹੀ ਸੈਡ ਬਟ ਅਗਰ ਤੁਸੀਂ ਡਾਇਰੈਕਟਲੀ ਲਾਂਚ ਕਰੋ ਅਟੈਕ ਗਰੀਬੀ ਔਰ ਹੰਗਰ ਤੇ, GDP बढ़ती है। आई थिंक साढ़े भी ਜਿਹੜੇ अपने पॉलिसी मेकर ਸੀਗੇ ਉਹ ਕਿਤੇ ਭੁੱਲ ਗਏ, ਇਹ ਉਹਨਾਂ ਨੇ ਨੀਤੀ ਨਹੀਂ ਅਪਣਾਈ ਔਰ ਇਹੀ ਰਿਜ਼ਲਟ ਅਸੀਂ ਦੇਖ ਰਹੇ ਹਾਂ ਅੱਜ ਕਿ ਸਾਰੀ ਕੰਟਰੀ ਡਿਬੇਟ ਹੋ ਰਹੀ ਹੈ ਜਾਂ ਗੁੱਸਾ ਜਿਹੜਾ ਸਾਰੇ ਦੇਸ਼ ਵਿੱਚ ਆ ਰਿਹਾ। ਬਿਲਕੁਲ ਗਰੀਬੀ ਨੂੰ ਛੁਪਾਈ ਜਾਣ ਦੀਆਂ ਕੋਸ਼ਿਸ਼ਾਂ ਮੋਟੀ ਗੱਲ ਹੀ ਨਿਕਲ ਕੇ ਸਾਹਮਣੇ ਆ ਰਹੀ ਵੀ ਸ਼ਾਇਦ ਅੰਕੜਿਆਂ ਦੇ ਹੇਰ ਫੇਰ ਦੇ ਨਾਲ ਗੁਰਬਤ ਦੇਸ਼ ਦੀ ਨਜ਼ਰ ਨਾ ਆਵੇ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਲਈ ਰੁਕਦੇ ਹਾਂ। ਸਵਾਗਤ ਹੈ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਸਟੇਟ ਟਾਕ ਵਿੱਚ ਪ੍ਰੋਫੈਸਰ ਦੇਵਿੰਦਰ ਸ਼ਰਮਾ ਸਾਹਿਬ ਇੰਟਰਨੈਸ਼ਨਲ ਟ੍ਰੇਡ ਐਂਡ ਫੂਡ ਪਾਲਿਸੀ ਐਨਾਲਿਸਟ ਸਾਡੇ ਨਾਲ ਹੈਗੇ ਨੇ। ਗੱਲਬਾਤ ਦੇਸ਼ ਦੀ ਯੋਜਨਾ ਆਯੋਗ ਦੇ ਉਹਨਾਂ ਅੰਕੜਿਆਂ ਤੇ ਹੋ ਰਹੀ ਹੈ ਜੋ ਕਿ ਦੇਸ਼ ਦੇ ਵਿੱਚ ਗਰੀਬੀ ਨੂੰ ਅੰਕਣ ਦਾ ਇੱਕ ਐਸਾ ਹਾਸੋਹੀਣਾ ਤੱਥ ਸਾਹਮਣੇ ਲੈ ਕੇ ਆਏ ਨੇ। ਸੁਪਰੀਮ ਕੋਰਟ ਵਿੱਚ ਉਹਨਾਂ ਨੂੰ ਰੱਖਣਾ ਪਿਆ ਹੈਗਾ ਜੋ ਕਿ ਆਪਣੇ ਆਪ ਵਿੱਚ ਮੰਨਣ ਲਾਇਕ ਨਹੀਂ ਹੈਗਾ, ਕੋਈ ਵਿਸ਼ਵਾਸ ਨਹੀਂ ਕਰ ਸਕਦਾ। ਕਾਮਨ ਸੈਂਸ ਘੱਟੋ ਘੱਟ ਇਹ ਮੰਨਦੀ ਹੈਗੀ ਵੀ ਜਿਸ ਤਰੀਕੇ ਦੀ ਗਰੀਬ ਦੀ ਪਰਿਭਾਸ਼ਾ ਪਲੈਨਿੰਗ ਕਮਿਸ਼ਨ ਸੁਪਰੀਮ ਕੋਰਟ ਦੇ ਸਾਹਮਣੇ ਰੱਖ ਰਿਹਾ ਹੈ ਉਹ ਗਰੀਬੀ ਨਹੀਂ ਹੈ। ਗਰੀਬੀ ਤੋਂ ਬਹੁਤ ਜ਼ਿਆਦਾ ਅੰਡਰਸਟੇਟ ਕੀਤਾ ਜਾ ਰਿਹਾ, ਬਹੁਤ ਘਟਾ ਕੇ ਗਰੀਬੀ ਨੂੰ ਦਰਸਾਉਣ ਦੀ ਕੋਸ਼ਿਸ਼ ਹੈ। ਅਰਜੁਨ ਸੇਨ ਇੱਕ ਗੁਪਤਾ ਕਮੇਟੀ ਆਈ ਸੀ ਜੋ ਕਿ ਦੱਸ ਰਹੀ ਹੈ ਵੀ ਮੁਲਕ ਦੇ 77% ਲੋਕ 20 ਰੁਪਏ ਤੱਕ ਵੀ ਇੱਕ ਦਿਨ 'ਚ ਨਹੀਂ ਖਰਚ ਕਰ ਸਕਦੇ। ਇਸ ਦੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਵੀ ਆਕਸਫੋਰਡ ਦੇ ਵਿੱਚ ਵੀ ਇਸ ਕਿਸਮ ਦੀ ਸਟੱਡੀਜ਼ ਹੋਈਆਂ ਨੇ। ਇਹ ਵੱਖ-ਵੱਖ ਕਮੇਟੀਆਂ, ਵੱਖ-ਵੱਖ ਕਮਿਸ਼ਨਾਂ, ਵੱਖ-ਵੱਖ ਅਦਾਰਿਆਂ ਨੇ ਗਰੀਬੀ ਦੇ ਪਰਸੈਂਟੇਜ ਨੂੰ ਵੀ ਵੱਖ-ਵੱਖ ਦੱਸਿਆ ਹੈ। ਪਹਿਲੇ ਜੇ ਅਸੀਂ ਗਰੀਬੀ ਨੱਪਦੇ ਸੀਗੇ ਉਹਦਾ ਤਰੀਕਾ ਮਾਪਦੰਡ ਇਹ ਸੀਗਾ ਕਿ ਅਸੀਂ ਕੈਲਰੀ ਰਿਕੁਆਇਰਮੈਂਟ ਲੈ ਕੇ ਚੱਲਦੇ ਸੀਗੇ ਕਿ 2400 ਕੈਲਰੀ ਜਿਹੜੀ ਹੈਗੀ ਹੈ ਉਹ ਰੂਰਲ ਏਰੀਆਜ਼ ਵਿੱਚ ਚਾਹੀਦੀ ਹੈ ਹਰ ਆਦਮੀ ਨੂੰ ਪਰ ਕੈਪੀਟਾ ਔਰ ਸ਼ਹਿਰਾਂ ਵਿੱਚ 2100 ਚਾਹੀਦੀ ਹੈਗੀ। ਉਹਦੇ ਹਿਸਾਬ ਨਾਲ ਉਹਨਾਂ ਨੇ ਅਸੈਸਮੈਂਟ ਕੀਤਾ। ਪਰ 2004-2005 ਤੋਂ ਬਾਅਦ ਉਹ ਤੋਂ ਥੋੜਾ ਪਹਿਲੇ ਵੀ ਕੋਸ਼ਿਸ਼ ਹੋ ਗਈ ਸੀਗੀ। NCAR ਨੈਸ਼ਨਲ ਕਾਉਂਸਲ ਫॉर ਅਪਲਾਈਡ ਇਕਨੋਮਿਕ ਰਿਸਰਚ ਨੇ ਉਹਨਾਂ ਨੇ ਉਹਨੂੰ ਇਨਵੈਸਟਮੈਂਟ ਦੇ ਹਿਸਾਬ ਨਾਲ ਲੈ ਲਿਆ ਕਿ ਵੀ ਆਦਮੀ ਹਰ ਰੋਜ਼ ਕਿੰਨਾ ਖਰਚ ਸਕਦਾ ਹੈ ਉसी ਕੈਲਰੀ ਰਿਕੁਆਇਰਮੈਂਟ ਨੂੰ ਪਾਉਣ ਵਾਸਤੇ। ਲੇਕਿਨ ਹੋਇਆ ਇਹ ਹੈ ਕਿ ਉਹਦੇ ਬਾਅਦ ਵੱਖ-ਵੱਖ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਮੇਟੀਆਂ ਆਈਆਂ, ਉਹਨਾਂ ਨੇ ਅਲੱਗ-ਅਲੱਗ ਕਿਸਮ ਨਾਲ ਆਪਣੇ ਨੂੰ ਦੇਖਿਆ ਗਰੀਬੀ ਨੂੰ ਔਰ ਅਲੱਗ-ਅਲੱਗ ਉਹਨਾਂ ਦੇ ਆਪਣੇ ਕਮੈਂਟਸ ਵੀ ਆਏ ਜਾਂ ਫਿਗਰਸ ਵੀ ਆਈਆਂ, ਲੇਕਿਨ ਮੂਲਤਾ ਉਹ ਤੋਂ ਇੰਪਰੂਵ ਨਹੀਂ ਕੀਤੇ। ਹੁਣ ਜਿਹੜੀ ਇਸ ਤੇਂਦੁਲਕਰ ਕਮੇਟੀ ਰਿਪੋਰਟ ਦੀ ਅਸੀਂ ਗੱਲ ਕੀਤੀ ਹੈ, ਤੇਂਦੁਲਕਰ ਕਮੇਟੀ ਰਿਪੋਰਟ ਨੇ ਕੀਤਾ ਕਿ ਉਹਨਾਂ ਬਾਸਕਟ ਨੂੰ बढ़ाता, ਮਤਲਬ ਤੁਸੀਂ ਅਲੱਗ-ਅਲੱਗ ਹੋਰ ਦਾਇਰੇ ਵੀ ਲੈ ਲਏ ਵਿੱਚ ਪੈਰਾਮੀਟਰਸ ਲੈ ਲਏ। ਮਤਲਬ ਪਹਿਲਾ ਪੈਮਾਨਾ ਹੁੰਦਾ ਸੀ ਵੀ ਤੁਸੀਂ ਖਾਣ ਪੀਣ ਦੇ ਨਜ਼ਰੀਏ ਨਾਲ ਕਿੰਨੀ ਕੈਲਰੀਜ਼ ਅਫੋਰਡ ਕਰ ਸਕਦੇ ਹੋ ਖਾਣਾ, ਇਹ ਇੱਕ ਪੈਮਾਨਾ ਸੀ ਗਰੀਬੀ ਨੂੰ ਆਂਕਣ ਦਾ। ਉਹਦੇ ਬਾਅਦ ਫਿਰ ਉਹਨਾਂ ਨੇ ਕੀਤਾ ਕਿ ਤੁਹਾਨੂੰ ਆਪਣੇ ਵਾਸਤੇ ਕੱਪੜੇ ਵੀ ਚਾਹੀਦੇ ਹੈ, ਚੱਪਲ ਵੀ ਚਾਹੀਦੀ ਹੈ, ਤੁਹਾਨੂੰ ਆਪਣੇ ਵਾਸਤੇ ਹੈਲਥ ਵੀ ਚਾਹੀਦੀ ਹੈ, ਸਕੂਲ ਦੇ ਬੱਚਿਆਂ ਦੀ ਐਜੂਕੇਸ਼ਨ ਚਾਹੀਦੀ ਹੈ। ਠੀਕ ਹੈ, ਇਹ ਸਾਰਾ ਕੁਝ ਐਡ ਕੀਤਾ ਗਿਆ, ਲੇਕਿਨ ਉਹਨਾਂ ਨੇ ਕੈਲਰੀ ਰਿਕੁਆਇਰਮੈਂਟ ਘੱਟ ਕਰਤੀ। ਮੈਨੂੰ ਸਮਝ ਨਹੀਂ ਆਇਆ ਕਿਉਂ ਉਹਨਾਂ ਨੇ 2400 ਤੋਂ ਘਟਾ ਕੇ 1999 ਕਰਤੀ ਅਰਬਨ ਏਰੀਆਜ਼ ਵਾਸਤੇ ਔਰ 2100 ਤੋਂ ਘਟਾ ਕੇ ਜਿਹੜਾ ਰੂਰਲ ਏਰੀਆਜ਼ ਸ਼ਹਿਰਾਂ ਵਾਸਤੇ ਜਿਹੜਾ ਸੀਗਾ ਉਹ ਉਹਨਾਂ ਨੂੰ ਘਟਾ ਕੇ ਉਹਨਾਂ ਨੇ 1700 ਤੇ ਲਿਆ ਹੈ। ਔਰ ਸਮਝ ਨਹੀਂ ਆਉਂਦਾ ਕਿਉਂਕਿ ਤੁਸੀਂ ਅਗਰ ਦੇਖੋ ਲੇਕਿਨ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤੇਂਦੁਲਕਰ ਕਮੇਟੀ ਦੀਆਂ ਦੋ ਵੱਖ-ਵੱਖ ਰਿਪੋਰਟਾਂ ਸਨ। ਉਹਨਾਂ ਦੇ ਵਿੱਚ ਗਰੀਬਾਂ ਦਾ ਦਾਇਰਾ 37.2% ਰਿਹਾ, ਯਾਨੀ ਕਿ ਗਰੀਬਾਂ ਦੀ ਪਰਸੈਂਟੇਜ ਦੇਸ਼ ਦੇ ਵਿੱਚ 37.2% ਰਹੀ। ਤੁਸੀਂ ਕਹਿ ਰਹੇ ਹੋ ਕੈਲਰੀਜ਼ ਦੀ ਰਿਕੁਆਇਰਮੈਂਟ ਘਟਾਤੀ। ਹਾਂਜੀ, ਇਟ ਮੀਨਸ ਵੀ ਆਪਾਂ 37.2% ਦੇ ਅੰਕੜੇ ਨੂੰ ਵਧਣ ਨਹੀਂ ਦੇਣਾ ਚਾਹ ਰਹੇ ਸੀ। ਹਾਂ ਬਿਲਕੁਲ ਉਹੀ ਤੁਹਾਨੂੰ ਕਹਿ ਰਿਹਾ ਨਾ ਕਿ ਕੋਸ਼ਿਸ਼ ਕੀਤੀ ਗਈ ਕਿ ਉਹਦੇ ਵਿੱਚ ਹੀ ਰਹੇ, ਕਿਉਂਕਿ 37% ਤੁਹਾਨੂੰ ਮੈਂ ਪਹਿਲੇ ਕਹਿ ਰਿਹਾ ਸੀ ਕਿ ਉਹ ਆਪਣੀ ਪਿਛਲੀ ਸਰਕਾਰਾਂ ਜਿਹੜੀ ਸੀਗੀਆਂ, ਹਾਂਜੀ, ਜਿਸ ਟਾਈਮ ਮਨਮੋਹਨ ਸਿੰਘ ਸਾਹਿਬ ਫਾਈਨਾਂਸ ਮਿਨਿਸਟਰ ਸੀ ਉਸ ਟਾਈਮ 37% ਸੀਗਾ, ਤਾਂ ਉਹ 37% ਤੋਂ ਜ਼ਿਆਦਾ ਨਹੀਂ ਕਰਨਾ ਚਾਹੁੰਦੇ ਸੀਗੇ ਕਿਉਂਕਿ 1991 ਤੋਂ ਇਕਨੋਮਿਕ ਲਿਬਰਲਾਈਜੇਸ਼ਨ ਹੋਈ ਹੈ। ਉਹਦੇ ਬਾਅਦ ਜੇ ਪਾਵਰਟੀ ਦਿਖਾਉਂਦੇ ਹੋ बढ़ਦੀ ਹੈ ਤਾਂ ਫਿਰ ਉਹ ਸਾਰੀ ਇਕਨੋਮਿਕ ਪਾਲਿਸੀਜ਼ ਤੇ ਇੱਕ ਸਵਾਲ ਖੜਾ ਹੋ ਜਾਂਦਾ ਹੈ। ਤਾਂ ਕੋਸ਼ਿਸ਼ ਅਸੀਂ ਨੂੰ ਦਬਾਏ ਰੱਖਿਆ ਜਾਏ। ਖੈਰ ਕੋਈ ਗੱਲ ਨਹੀਂ। ਇਹਦੇ ਵਿੱਚ ਅਰਜੁਨ ਸੈਨ ਗੁਪਤਾ ਕਮੇਟੀ ਦੀ ਰਿਪੋਰਟ ਇਹ ਹੋਈ ਕਿ ਉਹ ਨੈਸ਼ਨਲ ਕਮਿਸ਼ਨ ਔਨ ਐਂਟਰਪ੍ਰਾਈਜ਼ ਇਨ ਅਨਆਰਗੇਨਾਈਜ਼ਡ ਸੈਕਟਰ ਇੱਕ ਕਮਿਸ਼ਨ ਬਣਾਇਆ ਗਿਆ ਸਰਕਾਰ ਦੁਆਰਾ, ਉਹਦਾ ਅਰਜੁਨ ਸੈਨ ਗੁਪਤਾ ਦੇ ਸਾਹਿਬ ਚ ਉਹਦੇ ਚੇਅਰਮੈਨ ਸੀਗੇ। ਉਹਨਾਂ ਦੀ ਰਿਪੋਰਟ ਆਉਂਦੀ ਹੈ ਕਿ ਸਾਡੀ ਕੰਟਰੀ ਵਿੱਚ 77% ਪਾਪੂਲੇਸ਼ਨ ਯਾਨੀ 84 ਕਰੋੜ ਲੋਕ ਜਿਹੜੇ ਹੈਗੇ ਉਹ 20 ਰੁਪਏ ਤੋਂ ਜ਼ਿਆਦਾ ਖਰਚਣ ਦੀ ਉਹਨਾਂ ਦੀ ਸ਼ਮਤਾ ਨਹੀਂ ਹੈ ਰੋਜ਼ਾਨਾ। ਇਹ ਕਾਫੀ ਹੱਦ ਤੱਕ ਸੱਚਾਈ ਦੇ ਨੇੜੇ ਹੈਗੀ ਹੈ ਅਰਜੁਨ ਸੈਨ ਗੁਪਤਾ ਕਮੇਟੀ ਦੀ ਜਿਹੜੀ। ਜੀ, ਉਹਦੇ ਬਾਅਦ ਇੱਕ ਹੋਰ ਹੋਇਆ, ਸੁਪਰੀਮ ਕੋਰਟ ਨੇ ਕਮੇਟੀ ਬਣਾਈ PDS ਵਾਸਤੇ, ਉਹਦੇ ਜਸਟਿਸ ਵਾਧਵਾ ਸੀਗੇ ਉਹਦੇ ਚੇਅਰਮੈਨ। ਜਸਟਿਸ ਵਾਧਵਾ ਸੁਪਰੀਮ ਕੋਰਟ ਦੇ ਹੀ ਜੱਜ ਸੀਗੇ। ਉਹਨਾਂ ਦੀ ਰਿਪੋਰਟ ਬੜੀ ਅੱਛੀ ਆਈ ਹੈ। ਉਹ ਕਹਿੰਦੇ ਆ ਕਿ 100 ਰੁਪਏ ਰੋਜ਼ਾਨਾ ਜਿਹੜਾ ਕਮਾਉਂਦਾ ਆਦਮੀ ਉਹ ਪਾਵਰਟੀ ਲਾਈਨ ਗਿਣਿਆ ਜਾਣਾ ਚਾਹੀਦਾ। ਦੇਖੋ ਬੜਾ ਔਰ ਇਹ ਅੱਛੀ ਗੱਲ ਉਹਨਾਂ ਨੇ ਕੀ ਹੈ, ਮੋਰ ਰੀਅਲਿਸਟਿਕ ਹੈ ਕਿਉਂਕਿ ਸ਼ਾਇਦ ਉਹ ਇਕਨੋਮਿਸਟ ਨਹੀਂ ਸੀਗੇ। ਜਿੱਥੇ ਇਕਨੋਮਿਸਟ ਸੀਗੇ ਉਹਨਾਂ ਨੂੰ ਸਮਝ ਨਹੀਂ ਆਇਆ, ਲੇਕਿਨ ਜਿਹੜਾ ਬੰਦਾ ਇਕਨੋਮਿਸਟ ਨਹੀਂ ਸੀਗਾ ਉਹਨੇ ਮੋਰ ਰੀਅਲਿਸਟਿਕ ਫਿਗਰ ਸਾਨੂੰ ਦਿੱਤੀ ਹੈ 100 ਰੁਪਏ ਵਾਲੀ। ਮੇਰਾ ਮਤਲਬ ਹੈ ਕਿ 100 ਰੁਪਏ ਵੀ ਲੈ ਲਈਏ ਤਾਂ 77-84% ਦੇ ਵਿੱਚ ਕਿਤੇ ਹੋਏਗਾ। ਇਹ 'ਚ ਕੀ ਸਾਨੂੰ ਨੁਕਸਾਨ ਹੈ ਅਗਰ ਦੇਸ਼ ਇਹ ਮੰਨ ਲਏ ਕਿ 100 ਰੁਪਏ ਕਮਾਉਣ ਵਾਲਾ ਜਿਹੜਾ ਬੰਦਾ ਹੈ ਰੋਜ਼ਾਨਾ ਉਹ ਵੀ ਗਰੀਬ ਹੈ। ਔਰ ਤੁਸੀਂ ਮੰਨੋਗੇ ਕਿ 100 ਰੁਪਏ ਵਿੱਚ ਤੁਸੀਂ ਆਪਣਾ ਰੋਟੀ ਕੱਪੜਾ ਮਕਾਨ ਦੇ ਇਲਾਵਾ ਜਿਹੜੇ ਬਾਕੀ ਰਿਕੁਆਇਰਮੈਂਟਸ ਹੈ ਇਨਕਲੂਡਿੰਗ ਕਰਪਸ਼ਨ ਤੁਸੀਂ ਪੈਸਾ ਵੀ ਦੇਣਾ ਕਿਤੇ ਉਹ ਵੀ ਮਿਲਾ ਕੇ ਦੇਖ ਲਓ ਤੁਸੀਂ ਨਹੀਂ ਕਰ ਸਕਦੇ ਗੁਜ਼ਾਰਾ। ਔਰ ਇਹ ਸ਼ਰਮ ਨਹੀਂ ਹੋਣੀ ਚਾਹੀਦੀ। ਮੇਰਾ ਮੰਨਣਾ ਹੈ ਕਿ ਉਹਨੂੰ ਐਕਸੈਪਟ ਕਰੋ, ਐਕਸੈਪਟ ਕਰਕੇ ਤੁਸੀਂ ਇੱਕ ਅੱਛੀ ਤਰ੍ਹਾਂ ਪ੍ਰੋਗਰਾਮ ਲਾਂਚ ਕਰ ਸਕਦੇ ਜਿਹਦਾ ਕੋਈ ਕਿਤੇ ਨਾ ਰਿਜ਼ਲਟ ਆਏਗਾ। ਦੂਸਰੀ ਗੱਲ ਹੈ ਕਿ ਇੰਟਰਨੈਸ਼ਨਲ ਤੁਸੀਂ ਪੁੱਛ ਰਹੇ ਸੀਗੇ, ਆਕਸਫੋਰਡ ਨੇ ਇੱਕ ਸਟੱਡੀ ਕੀਤੀ ਹੈ ਮਲਟੀ ਡਾਇਮੈਂਸ਼ਨਲ, ਉਹਨਾਂ ਨੇ ਇੰਡੈਕਸ ਵੀ ਬਣਾਤਾ ਹੈ, ਉਹਨੂੰ ਕਹਿੰਦੇ MPI ਮਲਟੀ ਡਾਇਮੈਂਸ਼ਨਲ ਪਾਵਰਟੀ ਇੰਡੈਕਸ ਬਣਾਇਆ। ਉਹਦੇ ਹਿਸਾਬ ਨਾਲ ਉਹਨੇ ਹੋਰ ਵੀ ਬ੍ਰੌਡ ਬੇਸ ਕਰਤਾ ਉਹਨਾਂ ਜੋ ਵੀ ਕੈਟੇਗਰੀ ਜੋ ਵੀ ਤੁਸੀਂ ਉਹ 'ਚ ਕੰਪੋਨੈਂਟ ਲੈਣੇ ਹੈਗੇ ਉਹਨਾਂ ਦੇ ਹਿਸਾਬ ਨਾਲ 55% ਹਿੰਦੁਸਤਾਨ ਦੀ ਜਿਹੜੀ ਪਾਪੂਲੇਸ਼ਨ ਉਹ ਪਾਵਰਟੀ ਲਾਈਨ ਤੋਂ ਥੱਲੇ ਹੈ।
मेरा कहना है कि अलग अलग आंकड़े हैं मतलब ऑक्सफोर्ड यूनिवर्सिटी जो कह रही है वो भी तेंदुलकर कमेटी तो बेटर ਬੈਟਰ ਕਹਿ ਰਹੀ ਹੈ। ਵਰਲਡ ਬੈਂਕ ਦਾ ਕਹਿਣਾ ਹੈ ਕਿ 1.25 ਮਤਲਬ $1.25 ਜਿਹੜਾ ਬੰਦਾ ਉੱਤੇ ਕਮਾਉਂਦਾ ਰੋਜ਼ਾਨਾ ਉਹ ਤੋਂ ਜਿਹੜੇ ਘੱਟ ਹੈਗੇ ਹੈ ਉਹ ਪਾਵਰਟੀ ਚ ਆਉਂਦੇ 45 ਕਰੋੜ ਲੋਕੀ ਉਹਦੇ ਨਾਲ ਪਾਵਰਟੀ ਥੱਲੇ ਆਉਂਦੇ। ਤੇਂਦੁਲਕਰ ਕਮੇਟੀ ਦੇ ਹਿਸਾਬ ਨਾਲ 40 ਕਰੋੜ ਲੋਕੀ ਪਾਵਰਟੀ ਦੇ ਲੇਖਾ ਥੱਲੇ ਹੈਗੇ। ਸਾਡੀ ਕੰਟਰੀ ਵਿੱਚ ਪੋਲੀਟੀਕਲ ਇਸ਼ੂ ਹੈ। कोई सरकार नहीं चाहती कि पावर्टी ज़्यादा दिखाई जाए। लोग तो देखो आजकल अखबार देखो टेलीविजन देखो तो सब आता है कि 4 लाख तुहाडे कोल करोड़पति हैगे है, रोजाना ये फिगर ऊपर जाई जाती है, ये दिखाना चाहते हैं। नोबडी वांट्स टू शो कि पावर्टी कितनी है साडे देश में। लेकिन जो आज तक होया जो भी जगलरी हुई है, आई थिंक इट इज़ वेरी इंटरेस्टिंग। ਤੁਹਾਨੂੰ ਕੀ ਲੱਗ ਰਿਹਾ ਇਸ ਜਗਲਰੀ ਨੇ ਕੇਟਰ ਕਿਸ ਚੀਜ਼ ਨੂੰ ਕੀਤਾ? ਕੌਣ ਲੋਕ ਇਹਦੇ ਬੈਨੀਫੀਸ਼ੀਅਰੀਜ਼ ਰਹੇ? बेसिकली इकोनॉमिस्ट। मेरा मानना है कि इकोनॉमिस्ट ਅਸੀਂ ਪੋਲੀਟੀਸ਼ੀਅਨ ਨੂੰ ਬਲੇਮ ਕਰ ਦਿੰਦੇ ਆ। ਇਕਨੋਮਿਸਟ ਤਾਂ ਟੂਲ ਹੋ ਗਏ ਨਾ, ਇਕਨੋਮਿਸਟ ਤਾਂ ਹਥਿਆਰ ਸੀਗੇ। ਇਕਨੋਮਿਸਟਾਂ ਨੂੰ ਵਰਤ ਕੇ ਤਾਂ ਸਰਕਾਰਾਂ ਨੇ ਲੋਕਾਂ ਨੂੰ ਮਿਸਲੀਡ ਕੀਤਾ। ਮੈਨੂੰ ਗੱਲ ਦੱਸੋ ਐਕਚੁਅਲ ਬੈਨੀਫੀਸ਼ੀਅਰੀ ਮੇਰੀ ਗੱਲ ਸੁਣੋ ਕਿ ਐਸਾ ਕੀ ਗੱਲ ਹੈਗੀ ਹੈ ਕਿ ਹਰ ਇਕਨੋਮਿਸਟ ਉਹ 'ਚ ਯੂਜ਼ ਹੋ ਗਿਆ। ਮੈਂ ਨਹੀਂ ਮੰਨਦਾ ਇਸ ਗੱਲ ਨੂੰ। ਮੈਨੂੰ ਲੱਗਦਾ ਕਿ ਇਹ ਇਕਨੋਮਿਸਟ ਨੇ ਖੁਦ ਕੀਤਾ, ਹਰ ਇੱਕ ਜਾਣਦੇ ਹੋਏ ਕੀਤਾ ਹੈ ਕਿਉਂਕਿ ਉਹਨਾਂ ਨਾਲ ਬੈਨੀਫਿਟ ਕਰਦਾ। ਦੇਖੋ ਜਿੰਨਾ ਤੁਸੀਂ ਸਰਕਾਰ ਨੂੰ ਇੱਕ ਮੈਸੇਜ ਦਿੰਦੇ ਹੋ ਕਿ ਅਸੀਂ ਤੁਹਾਡਾ ਕੰਮ ਕਰਤਾ ਹੈ, ਉਹ ਵੀ ਤਾਂ ਤੁਹਾਨੂੰ ਇੱਕ ਫਾਇਦਾ ਹੁੰਦਾ ਕਿਤੇ ਕਿਤੇ। ਔਰ ਇਹ ਹੋਇਆ ਹੈ। ਆਫਟਰ ਆਲ ਤੇਂਦੁਲਕਰ ਸਾਹਿਬ ਜਿਹੜੇ ਹੈਗੇ ਪਹਿਲੇ ਇਕਨੋਮਿਕ ਐਡਵਾਈਜ਼ਰੀ ਕਮੇਟੀ ਜਿਹੜੀ ਪ੍ਰਾਈਮ ਮਿਨਿਸਟਰ ਦੀ ਹੈਗੀ ਹੈ ਉਹਦੇ ਚੇਅਰਮੈਨ ਸੀਗੇ। ਉਹਦੇ ਬਾਅਦ ਤੁਸੀਂ ਇਹ ਕੰਮ ਕਰਨ ਲੱਗ ਪਏ, ਇਹਨਾਂ ਤੁਹਾਨੂੰ ਇੱਕ ਕਮੇਟੀ ਦਾ ਚੇਅਰਮੈਨ ਲਗਾਤਾ ਹੈ। ਤੁਸੀਂ ਕਮੇਟੀ ਦੇ ਚੇਅਰਮੈਨ ਬਣ ਕੇ ਤੁਸੀਂ ਅਗਰ ਇਸ ਤਰ੍ਹਾਂ ਅਸੈਸਮੈਂਟ ਕੀਤੀ ਹੈ, ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਜਦ ਤੁਸੀਂ ਸਰਕਾਰ ਦੇ ਪ੍ਰਾਈਮ ਮਿਨਿਸਟਰ ਤੁਸੀਂ ਜਦ ਐਡਵਾਈਜ਼ਰ ਸੀਗੇ ਤਾਂ ਤੁਸੀਂ ਕੀ ਐਡਵਾਈਜ਼ ਕਰਦੇ ਹੋਗੇ। ਵਾਈ ਕਾਂਟ ਵੀ ਓਨੈਸਟ। ਅਸੀਂ ਦੋ ਲੈਣਾ, ਇੱਕ ਲੈਣ ਦੀ ਜ਼ਰੂਰਤ ਨਹੀਂ ਸਾਡੇ ਹਿੰਦੁਸਤਾਨ, ਸਾਡੇ ਦੇਸ਼ 'ਚ ਦੋ ਲੈਣਾ ਦੀ ਜ਼ਰੂਰਤ ਹੈਗੀ ਹੈ। ਦੋ ਲੈਣਾ ਇਸ ਕਰਕੇ ਜ਼ਰੂਰਤ ਹੈ, ਇੱਕ ਤਾਂ ਤੇਂਦੁਲਕਰ ਕਮੇਟੀ ਸਾਹਿਬ ਰਿਪੋਰਟ ਹੈ ਜਾਂ ਵੱਖ-ਵੱਖ ਜਿਹੜੀ ਰਿਪੋਰਟ ਹੈ, ਤੁਸੀਂ ਉਹਨੂੰ ਲੈ ਕੇ ਮੱਦੇਨਜ਼ਰ ਲੈ ਕੇ ਤੁਸੀਂ ਉਹਨੂੰ ਪਾਵਰਟੀ ਲਾਈਨ ਬਣਾਓ। ਜਿਹੜਾ 37.2% ਹੈ ਤੇਂਦੁਲਕਰ ਸਾਹਿਬ ਦੀ ਕਮੇਟੀ, ਉਹਨੂੰ ਤੁਸੀਂ ਹੰਗਰ ਲਾਈਨ, ਬੇਸਿਕਲੀ ਉਹ ਲਾਈਨ ਉਹ ਹੈ ਕਿ ਜਿਹੜੇ ਲੋਕੀ ਜਿਨ੍ਹਾਂ ਦਾ ਗੁਜ਼ਾਰਾ ਹੋ ਹੀ ਨਹੀਂ ਸਕਦਾ ਜਦ ਤੱਕ ਤੁਸੀਂ ਉਹਨਾਂ ਨੂੰ ਐਮਰਜੈਂਸੀ ਏਡ ਨਹੀਂ ਦਿਓਗੇ, ਉਹਨਾਂ ਲੋਕਾਂ ਨੂੰ ਤੁਸੀਂ ਅੰਤੋਦਿਆ ਲਾਈਨ ਬਣਾਓ। ਦੋ ਲਾਈਨਾਂ ਹੋਣੀ ਚਾਹੀਦੀ, ਇੱਕ ਅੰਤੋਦਿਆ ਲਾਈਨ ਔਰ ਇੱਕ ਪਾਵਰਟੀ ਲਾਈਨ। ਯਾਨੀ ਕਿ ਜਿਹੜੀ ਹੁਣ ਜਿਸ ਨੂੰ ਅਸੀਂ ਬਿਲੋ ਪਾਵਰਟੀ ਲਾਈਨ ਜਾਂ ਪਾਵਰਟੀ ਲਾਈਨ ਬੋਲ ਰਹੇ ਹਾਂ, ਉਹ ਬੇਸਿਕਲੀ ਉਹ ਭੁੱਖਮਰੀ ਦੀ ਰੇਖਾ ਹੋਣੀ ਚਾਹੀਦੀ ਹੈ। ਤੁਸੀਂ ਆਪਣੇ ਆਪ ਦੇਖੋ 32 ਰੁਪਏ 'ਚ ਕੋਈ ਆਪਣਾ ਗੁਜ਼ਾਰਾ ਕਰ ਸਕਦਾ, 2 ਵਕਤ ਦੇ ਖਾਣਾ ਉਹਨੂੰ ਮਿਲ ਸਕਦਾ, ਔਰ ਦੋਨਾਂ ਵਿੱਚ ਅਲੱਗ-ਅਲੱਗ ਫੋਕਸ ਹੋਏਗਾ। ਉਹਨੂੰ ਕਿਸ ਤਰ੍ਹਾਂ ਐਡਰੈਸ ਕਰਨਾ ਉਹ ਅਲੱਗ ਚੀਜ਼ ਹੈ, ਔਰ ਉਹਦੇ ਉੱਪਰ ਕਿਸ ਤਰ੍ਹਾਂ ਤੁਸੀਂ ਆਪਣਾ ਫੋਕਸ ਕਰਨਾ ਹੈ ਗਰੀਬੀ ਤੇ, ਉਹ ਅਲੱਗ ਚੀਜ਼ ਹੈ। ਇੱਕ ਛੋਟੇ ਕਮਰਸ਼ੀਅਲ ਬ੍ਰੇਕ ਲਈ ਰੁਕ ਲੈਣਾ ਹੈ। ਇਸ ਪੂਰੇ ਅੰਕੜਿਆਂ ਦੇ ਹੇਰ-ਫੇਰ ਦੇ ਜ਼ਰੀਏ ਜਿਸ ਤਰੀਕੇ ਨਾਲ ਦੇਸ਼ ਨੂੰ ਅਜੇ ਤੱਕ ਮਿਸਲੀਡ ਕੀਤਾ ਜਾਂਦਾ ਰਿਹਾ, ਉਸਦੇ ਕੁਝ ਹੋਰ ਡਾਇਮੈਂਸ਼ਨਸ ਲੈ ਕੇ ਫਿਰ ਹਾਜ਼ਰ ਹੋਵਾਂਗੇ। बेहतर स्वागत है प्रोग्राम स्ट्रेट टॉक ਵਿੱਚ। ਗੱਲਬਾਤ ਜਾਰੀ ਹੈ ਕਿ ਗੁਰਬਤ ਦੇ ਪੈਮਾਨੇ ਨੂੰ ਅੰਕਣ ਦੀ ਉਹਨਾਂ ਕੋਸ਼ਿਸ਼ਾਂ ਦੀ ਜੋ ਕਿ ਹੁੰਦੀਆਂ ਤਾਂ ਰਹੀਆਂ ਨੇ, ਲੇਕਿਨ ਉਹ ਬਹੁਤ ਹੀ ਆਪਾਂ ਕਹਿ ਸਕਦੇ ਇਮਾਨਦਾਰ ਕੋਸ਼ਿਸ਼ਾਂ ਨਹੀਂ ਸਾਬਤ ਹੋਈਆਂ। ਸਾਡੇ ਅਰਥ ਸ਼ਾਸਤਰੀਆਂ ਨੇ ਜਿਸ ਤਰੀਕੇ ਨਾਲ ਦੇਸ਼ ਦੇ ਵਿੱਚ ਗਰੀਬੀ ਨੂੰ ਦਰਸਾਇਆ, ਉਸ ਨੂੰ ਪ੍ਰੋਜੈਕਟ ਕੀਤਾ, ਉਹ ਅੱਜ ਸਮਝ ਵਿੱਚ ਆ ਰਿਹਾ ਕਿ ਬਹੁਤ ਅੰਡਰ ਐਸਟੀਮੇਟਡ ਫਿਗਰ ਹੈ। ਇਹ ਚੀਜ਼ਾਂ ਆਪਣੇ ਆਪ ਸਾਹਮਣੇ ਆ ਰਹੀਆਂ ਹੈਗੀਆਂ। ਸੁਪਰੀਮ ਕੋਰਟ ਦੇ ਸਾਹਮਣੇ ਇੱਕ ਯੋਜਨਾ ਆਯੋਗ ਜੋ ਕਹਿ ਰਿਹਾ ਉਸ ਨੂੰ ਇੱਕ ਦੇਸ਼ ਦਾ ਬੱਚਾ ਵੀ ਸ਼ਾਇਦ ਮੰਨਣ ਨੂੰ ਇਸ ਵਕਤ ਤਿਆਰ ਨਹੀਂ ਹੈਗਾ। ਸਾਡੇ ਨਾਲ ਪ੍ਰੋਫੈਸਰ ਦੇਵਿੰਦਰ ਸ਼ਰਮਾ ਜੀ ਮੌਜੂਦ ਹੈਗੇ ਨੇ, ਇੰਟਰਨੈਸ਼ਨਲ ਲੈਵਲ ਦੇ ਟ੍ਰੇਡ ਐਂਡ ਫੂਡ ਪਾਲਿਸੀ ਐਨਾਲਿਸਟ ਹੈਗੇ ਨੇ। ਪ੍ਰੋਫੈਸਰ ਸਾਹਿਬ, ਕਿ ਜਿਸ ਕਿਸਮ ਦੀ ਕੋਸ਼ਿਸ਼ਾਂ ਸਾਡੇ ਦੇਸ਼ ਵਿੱਚ ਗਰੀਬੀ ਨੂੰ ਅੰਡਰ ਐਸਟੀਮੇਟ ਕਰਨ ਦੀਆਂ ਹੋਈਆਂ ਨੇ, ਇਹ ਵਿਦੇਸ਼ੀ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਹੋਈਆਂ? ਬਿਲਕੁਲ ਹੋਈਆਂ, ਔਰ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਦੇਖੋ ਈਵਨ ਅਮਰੀਕਾ ਨੇ ਸਾਰੀ ਕੋਸ਼ਿਸ਼ ਕੀਤੀ ਸੀ ਉਹਨੂੰ ਦਬਾਉਣ ਦੀ, ਲੇਕਿਨ ਹੁਣ ਤੁਸੀਂ ਅਗਰ ਦੇਖਿਆ ਹੋਗਾ ਪਿਛਲੇ 2 ਹਫ਼ਤਿਆਂ 'ਚ ਖਬਰਾਂ ਆਈਆਂ ਕਿ ਅਮਰੀਕਾ ਜਿਹੜੀ ਪਾਵਰਟੀ ਹੈ ਉਹ ਵੀ ਪਾਵਰਟੀ ਔਰ ਹੰਗਰ ਜਿਹੜਾ ਹੈਗਾ ਉਹ ਵੀ ਰਿਕਾਰਡ ਤੋੜ ਗਿਆ ਪਿਛਲੇ 52 ਸਾਲ ਦਾ। ਇਹ ਮਤਲਬ ਹੈ ਕਿ ਉੱਥੇ ਵੀ ਡਿਸਪਾਈਟ ਇਕਨੋਮਿਕ ਲਿਬਰਲਾਈਜੇਸ਼ਨ ਭੁੱਖਮਰੀ ਔਰ ਗਰੀਬੀ ਜਿਹੜੀ ਹੈ ਬੜੀ ਹੈ। ਤੁਸੀਂ ਯੂਰਪ ਦੇਖੋ, ਉੱਥੇ ਵੀ 40 ਮਿਲੀਅਨ ਪੀਪਲ ਜਿਹੜੇ ਹੈਗੇ, ਯੂਰਪੀਅਨ ਜਿਹੜਾ ਪੁਰਾਣਾ 15 ਮੁਲਕ ਦਾ ਸੀਗਾ ਯੂਰਪੀਅਨ ਯੂਨੀਅਨ, ਉੱਥੇ 40 ਮਿਲੀਅਨ ਪੀਪਲ ਆਰ ਲਿਵਿੰਗ ਇਨ ਹੰਗਰ। ਲੇਕਿਨ ਸਭ ਤੋਂ ਬੜੀ ਇੰਟਰਸਟਿੰਗ ਗੱਲ ਹੈ ਕਿ ਜਿਹੜੇ ਡਿਵੈਲਪਿੰਗ ਕੰਟਰੀਜ਼ ਹੈਗੇ ਉਹਦੇ ਵਿੱਚ ਪਾਵਰਟੀ ਪਰਸਨ ਨੂੰ ਡੈਰੀਬੇਟਲੀ ਲੋ ਕੀਤਾ ਜਾਂਦਾ ਹੈ, ਲੇਕਿਨ UN ਵੀ ਚਾਹੁੰਦਾ ਹੈ ਕਿ ਉਹਨੂੰ ਥੱਲੇ ਰੱਖਿਆ ਜਾਏ, ਕਿਉਂਕਿ UN ਵੀ ਤਾਂ ਆਫਟਰ ਆਲ FAO ਦਾ ਜਿਹੜਾ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਹੈ, ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਹੈ, UNDP। ਇਸ ਕਰਕੇ ਇਹ ਸਾਰੀ ਏਜੰਸੀਆਂ ਦਾ ਮਕਸਦ ਇਹੀ ਹੁੰਦਾ ਵੀ ਦੁਨੀਆ ਦੇ ਵਿੱਚ ਗੁਰਬਤ ਹਟਾਓ। ਬਿਲਕੁਲ। ਔਰ ਉਹੀ ਦੇਖੋ UNDP ਦਾ ਇੱਕ ਪ੍ਰੋਗਰਾਮ ਹੈਗਾ ਮਿਲੇਨੀਅਮ ਡਿਵੈਲਪਮੈਂਟ ਗੋਲ। ਮਿਲੇਨੀਅਮ ਡਿਵੈਲਪਮੈਂਟ ਗੋਲ ਦਾ ਪ੍ਰੋਜੈਕਟ ਹੈ ਕਿ 20 ਸਾਲ ਦੇ ਵਿੱਚ ਉਹਨਾਂ ਨੇ ਜਿਹੜੀ ਭੁੱਖਮਰੀ ਹੈ ਉਹਨੂੰ ਅੱਧਾ ਕਰਨਾ ਹੈ। ਹਾਂਜੀ, ਔਰ ਇਹੀ FAO ਦਾ ਗੋਲ ਹੈ ਕਿ ਭੁੱਖਮਰੀ ਨੂੰ ਅੱਧਾ ਕਰਨਾ ਹੈ। ਲੇਕਿਨ ਉਹ ਪ੍ਰੈਕਟੀਕਲੀ ਕਰਨ ਦੀ ਬਜਾਏ ਉਹਨਾਂ ਨੂੰ ਅੰਕੜਿਆਂ ਦੇ ਵਿੱਚ ਸਿਕੋੜ ਕੇ ਸ਼ਾਇਦ ਆਪਣਾ ਇੱਕ ਗੱਲ ਤਾਂ ਇਹ ਹੈ ਉਹ ਉੱਥੇ ਵੀ ਸਕਸੀਡ ਨਹੀਂ ਕਰ ਰਹੇ, ਕਿਉਂਕਿ ਜਿਹੜਾ ਸੀ ਨਾ FAO ਦਾ ਜਿਹੜਾ ਸੀਗਾ ਉਹ 1996 ਤੋਂ ਬਾਅਦ ਸੀਗਾ ਕਿ 2015 ਤੱਕ ਉਹ 40 ਕਰੋੜ ਲੋਕਾਂ ਨੂੰ ਹੰਗਰ ਵਿੱਚੋਂ ਕੱਢ ਲੈਣਗੇ, ਯਾਨੀ ਗਰੀਬੀ ਭੁੱਖ ਵਿੱਚੋਂ ਕੱਢ ਲੈਣਗੇ, ਯਾਨੀ ਭੁੱਖ ਤੋਂ ਉਹ ਕਰਾ ਲੈਣਗੇ, ਫ੍ਰੀ ਕਰਾ ਲੈਣਗੇ। ਇਹ ਸੀਗੇ 80 ਕਰੋੜ ਜਦ ਲੋਕੀ ਉਹਨਾਂ ਨੇ ਗਿਣੇ ਸੀਗੇ ਦੁਨੀਆ ਵਿੱਚ 1996 ਵਿੱਚ ਕਿ ਇੰਨੇ ਲੋਕੀ ਭੁੱਖ ਵਿੱਚ ਰਹਿੰਦੇ ਆ।
ਉਹ ਫਿਗਰ 40 ਕਰੋੜ ਘੱਟ ਹੋਣੀ ਸੀਗੀ। ਅੱਜ ਅਸੀਂ ਕਿਹੜੇ ਸਾਲ 'ਚ ਪਹੁੰਚ ਗਏ ਹਾਂ? 2011 ਵਿੱਚ। 2015 ਕੋਈ ਦੂਰ ਨਹੀਂ ਹੈ ਜਿਹੜੇ ਵਿੱਚ ਪੀਰੀਅਡ ਵਿੱਚ ਹੋਣਾ ਸੀਗਾ। ਅੱਜ ਉਹ बढ़ ਕੇ 90 ਕਰੋੜ ਹੋ ਗਿਆ ਆਫੀਸ਼ੀਅਲੀ। ਭੁੱਖਮਰੀ ਦੇ ਸਿਰਫ ਭੁੱਖਮਰੀ ਦੀ ਫਿਗਰ 90 ਕਰੋੜ ਹੋ ਗਈ ਹੈ। ਉਹੀ ਫਿਗਰ UNDP ਲੈ ਕੇ ਚੱਲ ਰਿਹਾ ਜਿਹਨੂੰ ਕਹਿੰਦੇ ਮਿਲੇਨੀਅਮ ਡਿਵੈਲਪਮੈਂਟ ਗੋਲਸ। ਗਲਤੀ ਉੱਥੇ ਵੀ ਉਹੀ ਹੋ ਰਹੀ ਹੈ। ਮੇਰਾ ਇਹ ਕਹਿਣਾ ਹੈ ਕਿ ਬਈ ਇੰਟਰਨੈਸ਼ਨਲ ਲੈਵਲ ਤੇ ਅਸੀਂ ਕਿਉਂ ਨਹੀਂ ਆਪਣੀ ਜਿਹੜੀ ਮਾਪਦੰਡ ਉਹਨੂੰ ਠੀਕ ਕਰਦੇ ਹਾਂ। UN ਨੇ ਕੀ ਕੀਤਾ ਹੈ, ਜਿਸ ਕੈਲੋਰੀ ਰਿਕੁਆਇਰਮੈਂਟ ਅਸੀਂ ਆਪਣੇ ਹਿੰਦੁਸਤਾਨ 'ਚ ਕਹਿੰਦੇ ਹਾਂ 2400 ਕੈਲੋਰੀ ਚਾਹੀਦੀਆਂ ਹੈਗੀਆਂ ਉਹਨੂੰ ਪਿੰਡ ਵਿੱਚ ਔਰ 2100 ਕੈਲੋਰੀ ਚਾਹੀਦੀਆਂ ਸ਼ਹਿਰ ਵਿੱਚ, UN ਨੇ ਫਿਗਰ ਲਈ ਹੈ 1750 ਕੈਲੋਰੀ ਚਾਹੀਦੀਆਂ ਜਿਹਨੂੰ ਤੁਸੀਂ ਭੁੱਖਮਰੀ ਗਿਣੋਗੇ। ਉਹ ਸਾਡੇ ਮਾਪਦੰਡ ਤੋਂ ਵੀ ਥੱਲੇ ਆ ਗਏ, ਬਹੁਤ ਥੱਲੇ ਹੈ। ਇਹ ਮਤਲਬ ਹੈ ਕਿ ਡੈਰੀਵੇਟਿਵ ਤੁਸੀਂ ਲੋਕਾਂ ਨੂੰ ਭੁੱਖਾ ਰੱਖਣਾ ਚਾਹੁੰਦੇ ਹੋ ਔਰ ਫਿਰ ਦਿਖਾਉਣਾ ਚਾਹੁੰਦੇ ਹੋ ਕਿ ਲੋਕੀ ਸਾਡੇ ਭੁੱਖ ਤੋਂ ਬਾਹਰ ਹੈਗੇ। ਇਹ UN ਦਾ ਐਫਰਟ ਹੋ ਰਿਹਾ। ਮੇਰਾ ਇਹ ਕਹਿਣਾ ਕਿ ਇਹ ਜਿਹੜੀ ਇੱਕ ਸਾਜ਼ਿਸ਼ ਹੈ ਯੂਨਾਈਟਿਡ ਨੇਸ਼ਨ ਦੇ ਲੈਵਲ ਤੇ ਵੀ ਹੈ ਔਰ ਨੈਸ਼ਨਲ ਲੈਵਲ ਤੇ ਵੀ ਹੈ। ਇਹ ਕਿਤੇ ਨਾ ਕਿਤੇ ਜਦ ਤੱਕ ਸਮਾਜ ਨਹੀਂ ਉਠੇਗਾ, ਕੁਐਸਚਨ ਨਹੀਂ ਕਰੇਗਾ, ਇਹ ਕੰਮ ਚੱਲਦਾ ਰਹੇਗਾ। ਔਰ ਹਿੰਦੁਸਤਾਨ 'ਚ ਹੁਣ ਘੱਟ ਤੋਂ ਘੱਟ ਜਿਹੜੀ ਆਵਾਜ਼ ਉੱਠੀ ਹੈ, ਲੱਗਦਾ ਹੈ ਕਿ ਉਹ ਠੀਕ ਹੋਏਗੀ। ਇਹਦੇ ਨਾਲ ਮੈਨੂੰ ਲੱਗਦਾ ਕਿ ਇੰਟਰਨੈਸ਼ਨਲੀ ਵੀ ਕਰੈਕਸ਼ਨ ਹੋਏਗੀ, ਕਿਉਂਕਿ ਜੇ ਅਸੀਂ ਆਪਣਾ ਹੰਗਰ ਦਾ ਲੈਵਲ ਜਾਂ ਗਰੀਬੀ ਦਾ ਲੈਵਲ ਉੱਪਰ ਕਰਾਂਗੇ ਤਾਂ ਮਜਬੂਰਨ ਉਹਨਾਂ ਨੂੰ ਵੀ ਕਰਨਾ ਪਏਗਾ। ਮੈਨੂੰ ਲੱਗਦਾ ਕਈ ਦੇਸ਼ਾਂ ਵਿੱਚ ਫਿਰ ਇਹ ਡਿਬੇਟ ਸ਼ੁਰੂ ਹੋ ਜਾਂਦੀ ਕਿ ਸਾਡਾ ਜਿਹੜਾ ਪਾਵਰਟੀ ਲੈਵਲ ਹੈ ਉਹਨਾਂ ਦਾ ਕੀ ਹਾਲ ਹੈ। ਬੰਗਲਾਦੇਸ਼, ਪਾਕਿਸਤਾਨ, ਸ਼੍ਰੀਲੰਕਾ ਸਭ ਦਾ ਪਾਵਰਟੀ ਲੈਵਲ ਜਿਹੜਾ ਹੈ ਆਫੀਸ਼ੀਅਲੀ ਉਹ ਥੱਲੇ ਰੱਖਿਆ ਗਿਆ। ਇਹ ਸਿਰਫ ਹਿੰਦੁਸਤਾਨ ਨਹੀਂ ਹੈ। ਸੋ ਹਰ ਇੱਕ ਕੰਟਰੀ ਦੀ ਕੋਸ਼ਿਸ਼ ਹੁੰਦੀ ਹੈ ਗਰੀਬੀ ਨਾ ਦਿਖਾਈ ਜਾਏ। ਸਰਕਾਰ ਕਹੇ ਕਿ ਮੇਰੇ ਦੌਰਾਨ, ਚੀਫ ਨੇ ਪ੍ਰਾਈਮ ਮਿਨਿਸਟਰ ਕਹੇ ਕਿ ਮੇਰੇ ਦੌਰਾਨ ਬਹੁਤ ਡਿਵੈਲਪਮੈਂਟ ਹੋਈ ਹੈ ਦੇਸ਼ ਦੀ। ਲੇਕਿਨ ਕੀ ਕੁਝ ਲੋਕਾਂ ਨੂੰ ਅਸੀਂ ਗਰੀਬੀ ਤੋਂ ਬਾਹਰ ਕੱਢ ਵੀ ਪਾਏ हैं? ਕੁਝ ਲੋਕੀ ਸਾਡੇ ਜਿਹੜੇ ਹੈਗੇ ਪਾਵਰਟੀ 'ਚ ਬਾਹਰ ਨਿਕਲਦੇ ਆ, ਕੁਝ ਲੋਕੀ ਪਾਵਰਟੀ 'ਚ ਆਉਂਦੇ ਵੀ ਵਾਪਸ। ਕਿਉਂਕਿ ਇਹ ਨਹੀਂ ਹੈ ਕਿ ਤੁਸੀਂ ਸੋਚੋ ਕਿ ਜਿਹੜੇ ਵਾਪਸ ਆਉਂਦੇ ਆ ਉਹ ਜ਼ਿਆਦਾ ਹੈਗੇ ਨੇ ਜੋ ਪਾਵਰਟੀ ਕਹਿ ਨਹੀਂ ਸਕਦੇ। ਇਹੀ ਮੈਂ ਕਹਿ ਰਿਹਾ, ਬੜਾ ਅੱਛਾ ਤੁਸੀਂ ਸਵਾਲ ਪੁੱਛਿਆ ਕਿ ਵੀ ਇਹ ਅਸੈਸਮੈਂਟ ਹੋਣੀ ਚਾਹੀਦੀ ਹੈ ਵੀ ਗਰੀਬੀ ਚੋਂ ਕਿੰਨਿਆਂ ਨੂੰ ਤੁਸੀਂ ਕੱਢ ਲਿਆ, ਭੁੱਖਮਰੀ ਚੋਂ ਕਿੰਨੇ ਕੱਢ ਲਏ ਤੇ ਕਿੰਨੇ ਉਹਦੇ ਚ ਦੁਬਾਰਾ ਉੱਚ ਆ ਗਏ। ਉਹੀ ਗੱਲ ਹੈ ਨਾ, ਉਹ ਜਿਹੜੇ ਮੈਂ ਤੁਹਾਨੂੰ ਦੱਸੀ ਸੀ ਖੂਹ 'ਚ ਜਿਹੜਾ ਆਦਮੀ ਗਿਰ ਗਿਆ ਉਹਨੂੰ ਅਸੀਂ ਵਾਕਿਆ ਖਿੱਚਣ ਦੇ ਬਾਹਰ ਖਿੱਚ ਲਿਆ ਕਿ ਨਹੀਂ ਖਿੱਚਿਆ, ਇਹ ਸਵਾਲ ਸਾਡੇ ਸਾਹਮਣੇ ਖੜਾ ਹੈ। ਔਰ ਉਹ ਇਕਨੋਮਿਸਟ ਨੂੰ ਤਾਂ ਹੀ ਅਸੈਸ ਹੋ ਸਕਦਾ ਜੇ ਤੁਸੀਂ ਇੱਕ ਰੀਅਲਿਸਟਿਕ ਐਸਟੀਮੇਟ ਬਣਾਓਗੇ। ਜੇ ਤੁਹਾਡਾ ਐਸਟੀਮੇਟ ਹੀ ਗਲਤ ਹੋਏਗਾ ਤਾਂ ਤੁਹਾਡੇ ਜਿਹੜੇ ਉਹਦੇ ਅਸੈਸਮੈਂਟ ਹੈਗੇ ਸਾਰੇ ਉਹਦੇ ਨਾਲ ਜਿਹੜੇ ਤੁਸੀਂ ਰਿਜ਼ਲਟ ਦੇ ਰਹੇ ਹੋ ਉਹ ਵੀ ਗਲਤ ਹੋਣਗੇ। ਤੇ ਇਸ ਕਰਕੇ ਤੁਸੀਂ ਸਵਾਲ ਪੁੱਛਿਆ, ਇਹ ਬਹੁਤ ਜ਼ਰੂਰੀ ਹੈ ਕਿੰਨੇ ਲੋਕਾਂ ਨੂੰ ਅਸੀਂ ਕੱਢ ਪਾਏ ਉੱਪਰ। ਲੇਕਿਨ ਜੇ ਤੁਸੀਂ ਅਰਜੁਨ ਸੈਨ ਗੁਪਤਾ ਕਮੇਟੀ ਰਿਪੋਰਟ ਮੰਨ ਕੇ ਚੱਲਦੇ ਹੋ ਕਿ ਉਹ ਠੀਕ ਕਹਿ ਰਿਹਾ, ਇਹਦਾ ਮਤਲਬ 77% ਦੇ ਲੋਕ 20 ਰੁਪਏ ਵੀ ਨਹੀਂ ਖਰਚ ਸਕਦੇ। ਇਹਦਾ ਮਤਲਬ ਹੈ ਕਿ ਪਾਵਰਟੀ ਬੜੀ ਹੈ, ਘੱਟ ਨਹੀਂ ਹੋਈ ਹੈ। ਹੁਣ ਇਹ ਇੱਕ ਵੱਧ ਗਿਆ ਔਰ ਇੱਕ ਘੱਟ ਹੋ ਗਿਆ, ਮਤਲਬ ਇੱਕ ਦੇ ਬਾਹਰ ਨਿਕਲ ਗਿਆ, 10 ਲੋਕੀ ਵਾਪਸ ਆ ਗਏ, ਉਹ ਗੱਲ ਅਲੱਗ ਹੈ। ਲੇਕਿਨ ਐਜ਼ ਮੈਕਰੋ ਲੈਵਲ ਤੇ ਅਗਰ ਅਰਜੁਨ ਸੈਨ ਗੁਪਤਾ ਕਮੇਟੀ ਰਿਪੋਰਟ ਨੂੰ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹ ਆਧਾਰ ਹੈ, ਕਾਫੀ ਹੱਦ ਤੱਕ ਚਲੋ ਮੰਨ ਕੇ ਚੱਲਦੇ ਹਾਂ, ਤਾਂ ਵੀ ਇੱਕ ਇੰਡੀਕੇਸ਼ਨ ਹੈ ਕਿ ਪਾਵਰਟੀ ਘੱਟ ਨਹੀਂ ਹੋਈ, ਪਾਵਰਟੀ ਵੱਧਦੀ ਗਈ ਹੈ। ਇਸ ਦੇ ਨਾਲ ਹੀ ਇਸ ਕਿਸਮ ਦੇ ਗਲਤ ਅੰਕੜਿਆਂ ਦਾ ਨੀਤੀ ਨਿਰਧਾਰਨ ਉੱਤੇ, ਪਲੈਨਿੰਗ ਉੱਤੇ ਕਿੰਨਾ ਕੁ ਅਸਰ ਹੈ? ਇਹ ਜਿਹੜਾ ਸਵਾਲ ਪੁੱਛ ਰਹੇ ਹੋ ਨਾ, ਤੁਸੀਂ ਦੇਖੋ ਕਿ ਸਿਰਫ ਹੰਗਰ ਦੀ ਗੱਲ ਕਰੀਏ, 22 ਸਕੀਮਾਂ ਹੈਗੀਆਂ ਸਰਕਾਰ ਦੀਆਂ, ਪ੍ਰੋਗਰਾਮ ਚੱਲ ਰਹੇ ਆ ਅਲੱਗ-ਅਲੱਗ ਮੰਤਰਾਲੇ ਥੱਲੇ ਜਿਹੜੇ ਐਡਰੈਸ ਕਰਦੇ ਆ ਹੰਗਰ ਨੂੰ, ਗਰੀਬ ਭੁੱਖਮਰੀ ਨੂੰ। ਉਹਦੇ ਬਾਵਜੂਦ ਵੀ ਦੇਖੋ ਭੁੱਖਮਰੀ ਵੱਧ ਰਹੀ ਹੈ। ਕਿਉਂ? ਤੁਹਾਨੂੰ ਇੱਕ ਐਗਜ਼ਾਮਪਲ ਦੇਣਾ। ਜਿਹੜਾ ਮੈਲਨਰਿਸ਼ਡ ਕੁਪੋਸ਼ਣ ਦਾ ਐਡਰੈਸ ਕਰਨ ਦਾ ਇਸ਼ੂ ਹੈ, ਉਹਦੇ ਵਿੱਚ ਉਹਨਾਂ ਨੇ ਪ੍ਰੈਗਨੈਂਟ ਵਿਮਨ ਦੀ ਜਿਹੜੀ ਮੈਲਨਿਊਟ੍ਰੀਸ਼ਨ ਹੈ ਉਹਦੇ ਵਾਸਤੇ 6 ਰੁਪਏ ਪਰ ਕੈਪੀਟਾ ਐਲੋਕੇਟ ਕੀਤੇ। ਜੇ ਤੁਸੀਂ ਉਹਨਾਂ ਤੇ ਦੇਖੋ ਇੱਕ ਦਿਨ ਦੇ 6 ਰੁਪਏ, ਇੱਕ ਦਿਨ ਦੇ 6 ਰੁਪਏ ਵਿੱਚ ਦੇਖੋ ਉਹ 'ਚ ਦੁੱਧ ਵੀ ਹੈ, ਕੇਲਾ ਵੀ ਹੈ, ਅੰਡਾ ਵੀ ਹੈ। ਮੈਂ ਤਾਂ ਸਰਕਾਰ ਨੂੰ ਖੁਦ ਕਹਿਣਾ ਹੈ ਕਿ ਤੁਸੀਂ ਮੈਨੂੰ 6 ਰੁਪਏ ਦਾ 6 ਸਾਲ ਦਾ ਮੈਨੂੰ ਸਪਲਾਈ ਦੇ ਦਿਓ, ਆਈ ਵਿਲ ਬੀ ਰੈਡੀ ਟੂ ਇਟ। ਤੁਸੀਂ ਸਪਲਾਈ ਦਿਓ, 6 ਰੁਪਏ ਨਾ ਦਿਓ, 6 ਰੁਪਏ ਤੁਸੀਂ ਮੈਨੂੰ ਸਪਲਾਈ ਦੇ ਦਿਓ, ਮੈਂ ਤੁਹਾਨੂੰ 6 ਰੁਪਏ ਕਿਹਾ, ਮੈਂ 16 ਰੁਪਏ ਦੇਣ ਨੂੰ ਵੀ ਤਿਆਰ ਹੈ। ਤੁਸੀਂ ਆਪਣੇ ਆਪ ਦੱਸੋ ਮੈਨੂੰ 6 ਰੁਪਏ ਵਿੱਚ ਤੁਹਾਨੂੰ ਸਭ ਕੁਝ ਮਿਲ ਸਕਦਾ? ਇਹ ਮਤਲਬ ਤੁਹਾਡੀ ਅਸੈਸਮੈਂਟ ਹੀ ਗਲਤ ਹੈ। ਜਦ ਤੋਂ ਤੁਹਾਡੀ ਅਸੈਸਮੈਂਟ ਗਲਤ ਹੈ, ਤੁਸੀਂ ਮੈਲਨਰਿਸ਼ਮੈਂਟ ਜਾਂ ਕੁਪੋਸ਼ਣ ਹਟਾ ਹੀ ਨਹੀਂ ਸਕਦੇ। ਇਹਨੂੰ ਠੀਕ ਕਰਨਾ ਪਏਗਾ। ਬੱਚਿਆਂ ਵਾਸਤੇ 4 ਰੁਪਏ ਬੇਸਿਕਲੀ ਗਰੀਬੀ ਨਹੀਂ ਵੱਧ ਰਹੀ, ਬਲਕਿ ਉਹ ਜਿਹੜੇ ਅਸੀਂ ਜਿਸ ਨੂੰ ਅਸੀਂ ਬੜੇ ਵੱਡੇ ਇਤਰਾਨੇ ਵੀ ਆ, ਉਸ ਉੱਤੇ ਫਖਰ ਵੀ ਸਾਨੂੰ ਹੁੰਦਾ ਵੀ ਸਾਡਾ ਹਿਊਮਨ ਰਿਸੋਰਸ ਬੇਸ ਬਹੁਤ ਸਟਰੋਂਗ ਹੈਗਾ। ਸਾਡੇ ਕੋਲ 121 ਕਰੋੜ ਸਾਡੀ ਆਬਾਦੀ ਹੈਗੀ ਹੈ, ਜੋ ਕਿ ਸਾਡਾ ਇੱਕ ਹਿਊਮਨ ਸਟਰੈਂਥ ਸ਼ੋ ਕਰਦਾ ਰਿਸੋਰਸ ਦੀ। ਲੇਕਿਨ ਉਹਦੀ ਕੁਆਲਿਟੀ ਕੀ ਹੈਗੀ, ਉਹਦੀ ਸਿਹਤ ਕਿੱਥੇ ਹੈਗੀ? ਉਹ ਬਹੁਤ ਇੰਪੋਰਟੈਂਟ ਗੱਲ ਹੈ। ਤੁਸੀਂ ਆਮ ਸਾਡੀ ਜਿਹੜੀ ਪਰ ਕੈਪੀਟਾ ਅਵੇਲੇਬਿਲਿਟੀ ਹੈ ਗ੍ਰੇਨਸ ਦੀ, ਅਨਾਜ ਦੀ, ਅੱਜ ਦੇਖੀਏ, ਅੱਜ ਅਸੀਂ 2011 'ਚ ਹੈਗੇ ਹਾਂ। 1943 ਵਿੱਚ ਬੰਗਾਲ ਦਾ ਅਕਾਲ ਹੋਇਆ ਸੀਗਾ। ਬੰਗਾਲ ਦੇ ਅਕਾਲ ਵਿੱਚ ਜਿੰਨੀ ਸਾਡੀ ਪਰ ਕੈਪੀਟਾ ਅਵੇਲੇਬਿਲਿਟੀ ਸੀਗੀ, ਉਨੀ ਅੱਜ ਸਾਡੇ ਕੋਲ ਹੈ। ਹਾਂਜੀ, 500 ਗ੍ਰਾਮ ਤੋਂ ਉੱਪਰ ਨਹੀਂ ਗਈ ਹੈ। ਇਹ ਮਤਲਬ ਹੈ ਕਿ ਅਸੀਂ ਹਾਲੇ ਵੀ ਭੁੱਖਮਰੀ ਦੇ ਦਾਇਰੇ ਵਿੱਚ ਹੈਗੇ ਆ ਐਜ਼ ਅ ਨੇਸ਼ਨ, ਐਜ਼ ਅ ਮੈਕਰੋ ਲੈਵਲ ਤੇ ਕਹਿ ਰਹੇ। ਕੁਝ ਲੋਕੀ ਜ਼ਿਆਦਾ ਖਾ ਰਹੇ, ਉਹਦੀ ਗੱਲ ਨਹੀਂ ਕਰ ਰਿਹਾ, ਲੇਕਿਨ ਐਜ਼ ਅ ਨੇਸ਼ਨ। ਲੇਕਿਨ ਤੁਸੀਂ ਜੇ ਚਾਈਨਾ ਨੂੰ ਦੇਖੋ, ਚਾਈਨਾ ਵਿੱਚ 3000 ਗ੍ਰਾਮਸ ਪਰ ਡੇ ਉਹਨਾਂ ਦੀ ਅੱਜ ਕੰਜ਼ੰਪਸ਼ਨ ਹੈ। 3000 ਤੇ ਪਹੁੰਚ ਗਏ ਆ ਔਰ ਅਸੀਂ 450 ਤੇ ਜਾਂ 470 ਦੇ ਵਿੱਚ ਹੈਗੇ।
ਯਾਨੀ ਕਿ ਤੁਹਾਡੇ ਜਿਹੜਾ ਹਿਊਮਨ ਰੇਸ ਹੈਗੀ ਆ ਉਹ ਕਿੱਡੀ ਕੁ ਮਜ਼ਬੂਤ ਸੋ ਹੈਗੀ ਜੋ ਹੈ ਇਹ ਵੀ ਅਸੀਂ ਦੱਸੋ। ਕੰਟਰੀ ਜਿਹਨੂੰ ਹਿਊਮਨ ਰਿਸੋਰਸ ਤੁਸੀਂ ਕਹਿ ਰਹੇ ਹੋ, ਉਹਨਾਂ ਦੀ ਹਿਊਮਨ ਰਿਸੋਰਸ ਔਰ ਸਾਡੀ ਹਿਊਮਨ ਰਿਸੋਰਸ ਕਿੰਨਾ ਫਰਕ ਹੈ। ਸਾਡੀ ਬਿਮਾਰ ਹਿਊਮਨ ਰਿਸੋਰਸ ਹੈ, ਹਾਂਜੀ, ਔਰ ਮਜਬੂਰਨ ਮਤਲਬ ਕਿਸ ਤਰ੍ਹਾਂ ਜੀਵਿਤ ਰਹਿ ਰਹੀ ਹੈ। ਉਹਨਾਂ ਦੀ ਜਿਹੜੀ ਹੈਗੀ ਆ ਉਹ ਬਿਲਕੁਲ ਤਕੜੀ ਜਿਹਨੂੰ ਹੋਣਾ ਚਾਹੀਏ ਕਿ ਹੈਲਦੀ ਨੇਸ਼ਨ ਹੈ, ਉਹ ਸਾਡਾ ਅਨਹੈਲਦੀ ਨੇਸ਼ਨ ਹੈ। ਅਸੀਂ ਐਜ਼ ਅ ਸਿੱਖ ਨੇਸ਼ਨ ਹੈਗੇ ਆ, ਉਹ ਹੈਲਦੀ ਨੇਸ਼ਨ ਹੈ। ਆਈ ਥਿੰਕ ਇਹ ਫੋਕਸ ਤਾਂ ਹੋ ਰਿਹਾ ਕਿਉਂਕਿ ਉਹਨਾਂ ਨੇ ਵਾਕਈ ਰੀਅਲ ਟਰਮਸ ਵਿੱਚ ਅਪਲਾਈ ਕੀਤਾ ਹੈ ਸਾਰੀ ਪਾਲਿਸੀਜ਼, ਸਾਰੇ ਵੈਲਫੇਅਰ ਸਕੀਮਸ ਨੂੰ ਆਪਣੇ ਲੋਕਾਂ ਨੂੰ ਡਿਵੈਲਪ ਕਰਨ ਵਾਸਤੇ। ਅਸੀਂ ਕੀ ਕੀਤਾ, ਦਿਖਾਇਆ ਅਸੀਂ, ਲੇਕਿਨ ਉਹਦਾ ਇੰਪੈਕਟ ਕੀ ਹੋਇਆ ਕਦੇ ਸੋਚਿਆ ਨਹੀਂ ਹੈ। 6 ਰੁਪਏ ਵਿੱਚ ਅਗਰ ਇੱਕ ਪ੍ਰੈਗਨੈਂਟ ਵੀਮਨ ਦੀ ਮੈਲਨਿਊਟ੍ਰੀਸ਼ਨਮੈਂਟ ਹਟ ਜਾਂਦੀ ਹੈ ਤਾਂ ਇਹ ਤਾਂ ਵਾਕਈ ਮਿਰਾਕਲ ਹੈ। ਗਰੀਬੀ ਨੂੰ ਲਗਾਤਾਰ ਇੱਕ ਯੋਜਨਾਬੱਧ ਤਰੀਕੇ ਨਾਲ ਥੱਲੇ ਘਟਾ ਕੇ ਦੱਸਣ ਦੀ ਕੋਸ਼ਿਸ਼ਾਂ ਹੈਗੀਆਂ। ਲੇਕਿਨ ਉਮੀਦ ਕਰਾਂਗੇ ਇਸ ਗੱਲਬਾਤ ਦੇ ਜ਼ਰੀਏ ਸਾਡੇ ਦਰਸ਼ਕਾਂ ਨੂੰ ਜ਼ਰੂਰ ਮਦਦ ਮਿਲੀ ਹੋਵੇਗੀ। ਕਿਸ ਤਰੀਕੇ ਨਾਲ ਇੱਕ ਬਹੁਤ ਵੱਡੀ ਡਿਸਕ੍ਰਿਪੈਂਸੀ ਹੈਗੀ ਹੈ ਗਰੀਬੀ ਨੂੰ ਆਂਕਣ ਦੇ ਪੈਮਾਨੇ ਦੀ ਦੇਸ਼ ਵਿੱਚ, ਜਿਸ ਨੂੰ ਕਿ ਦੂਰ ਕਰਨ ਦੀ ਲੋੜ ਹੈ, ਕਿਉਂਕਿ ਹੁਣ ਸੁਪਰੀਮ ਕੋਰਟ ਦੇ ਸੰਦਰਭ ਦੇ ਵਿੱਚ, ਉਹਨਾਂ ਦੇ ਸੰਗਿਆਨ ਦੇ ਵਿੱਚ ਪੂਰਾ ਮਾਮਲਾ ਹੈਗਾ। ਉਮੀਦ ਕਰਾਂਗੇ ਵੀ ਇਹਦੇ ਉੱਤੇ ਕੁਝ ਸੀਰੀਅਸ ਸੰਜੀਦਾ ਜਿਹੜੀ ਗੱਲਬਾਤ ਹੈ ਨਿਕਲ ਕੇ ਜ਼ਰੂਰ ਆਏਗੀ। ਪੂਰੀ ਚਰਚਾ ਤਾਂ ਜੋ ਕਿ ਇਸ ਵਕਤ ਦੇਸ਼ ਵਿੱਚ ਜਾਰੀ ਹੈ, ਛਿੜੀ ਹੋਈ ਹੈਗੀ ਹੈ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਨਾਲ ਆਏ, ਸਾਡੇ ਦਰਸ਼ਕਾਂ ਦੇ ਨਾਲ ਇੰਪੋਰਟੈਂਟ ਗੱਲਾਂ ਬਾਤਾਂ ਸ਼ੇਅਰ ਕੀਤੀਆਂ। feedback@pdcnetwork.tv ਸਾਡਾ ਈਮੇਲ ਆਈਡੀ, ਸਾਨੂੰ ਜ਼ਰੂਰ ਆਪਣੇ ਸੁਜੈਸ਼ਨ ਫੀਡਬੈਕ ਭੇਜੋ। ਇੱਕ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਸਾਨੂੰ ਖਬਰਾਂ ਨਹੀਂ ਬਾਰੇ ਜਾਰੀ ਨੇ ਖਬਰ।